ਰੋਜ਼ਾਨਾ ਗੁਰੂ ਨਾਲ ਜੁੜ ਜਾਂਦੇ ਹੋ। ਹੈ ਔਖਾ, ਸੰਸਾਰਕ ਤੌਰ 'ਤੇ ਬੜੇ ਸਾਧਨ ਨੇ ਸਾਨੇ, ਪਰ ਗੁਰੂ ਕੀ ਬਾਣੀ, ਵਾਹਿਗੁਰੂ ਦੇ ਨਾਮ ਨਾਲ ਸਾਂਝ ਪਾਉਣੀ ਇਹ ਔਖੀ ਹੈ। ਗੁਰੂ ਵਾਸਤੇ, ਸੰਗਤ ਵਾਸਤੇ ਸਮਾਂ ਜੀਵਨ ਵਿੱਚ ਬਣਿਆ। ਗੁਰਦੇਵ ਕਹਿੰਦੇ ਸਮਝ ਲਓ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤਾਂ ਗੁਰੂ ਜੀ ਨੇ ਸਬੱਬ ਬਖਸ਼ਿਆ। ਆਓ ਆਪਾਂ ਅੱਖਰੀ ਅਰਥ, ਕੁਝ ਵਿਆਖਿਆ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਸਾਂਝੀ ਕਰੀਏ। ਪਿਆਰ ਸਹਿਤ ਸਾਰੇ ਸਤਸੰਗੀ ਜਨ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ 15ਵੀਂ ਅਸ਼ਟਪਦੀ ਦੇ 5ਵੇਂ ਬੰਦ ਰਾਹੀਂ ਬਖਸ਼ਿਸ਼ ਕਰਦੇ ਨੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਗੁਰਦੇਵ ਕਹਿੰਦੇ ਜਿਸ ਵਖਰ ਵਾਸਤੇ ਤੂੰ ਆਇਆ। ਸਤਿਗੁਰੂ ਸਾਨੂੰ ਜ਼ਿੰਦਗੀ ਦੇ ਉਦੇਸ਼ ਬਾਰੇ ਵੀ ਦੱਸਦੇ ਨੇ। ਜ਼ਿੰਦਗੀ ਦਾ ਲਕਸ਼ ਕੀ ਹੈ, ਜ਼ਿੰਦਗੀ ਦਾ ਮਨੋਰਥ ਕੀ ਹੈ, ਤਾਂ ਜੋ ਉਹਦੀ ਪ੍ਰਾਪਤੀ ਵਾਸਤੇ ਆਪਾਂ ਸੰਘਰਸ਼ ਕਰ ਸਕੀਏ। ਕਿਉਂਕਿ ਸਾਹਮਣੇ ਲਕਸ਼ ਹੋਏ ਤਾਂ ਹੀ ਬੰਦਾ ਕੋਈ ਸੰਘਰਸ਼ ਕਰਦਾ ਹੈ। ਇੱਕ ਵਿਦਿਆਰਥੀ ਨੇ ਲਕਸ਼ ਰੱਖਿਆ ਹੈ, ਮੈਂ ਇਹ ਡਿਗਰੀ ਪ੍ਰਾਪਤ ਕਰਨੀ ਹੈ, ਉਦਮ ਕਰਦਾ ਹੈ, ਸੰਘਰਸ਼ ਕਰਦਾ ਹੈ। ਕਿਸੇ ਬਿਜ਼ਨਸਮੈਨ ਨੇ ਆਪਣਾ ਟਾਰਗੇਟ ਰੱਖਿਆ ਹੋਇਆ, ਉਦਮ ਕਰੇਗਾ। ਜੇ ਲਕਸ਼ ਨਹੀਂ, ਸੰਘਰਸ਼ ਵੀ ਨਹੀਂ ਹੁੰਦਾ ਜੀਵਨ ਦੇ ਅੰਦਰ। ਜਿਨ੍ਹਾਂ ਨੂੰ ਜੀਵਨ ਦਾ ਮਨੋਰਥ ਭੁੱਲ ਗਿਆ, ਆਦਰਸ਼ ਭੁੱਲ ਗਿਆ, ਉਹ ਫਿਰ ਕਦੇ ਜ਼ਿੰਦਗੀ 'ਚ ਸੰਘਰਸ਼ ਵੀ ਨਹੀਂ ਕਰਦੇ। ਜਿਹਨੂੰ ਸਾਹਿਬ ਜੀ ਕਹਿਣ ਲੱਗੇ, ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਤੇ ਗੁਰਦੇਵ ਕਹਿੰਦੇ ਕਦੇ ਭੁੱਲ ਨਾ ਜਾਈ ਜਿਸ ਵਖਰ ਕੋ ਲੈਣ ਤੂੰ ਆਇਆ। ਵਖਰ ਦਾ ਅਰਥ ਹੁੰਦਾ ਸੌਦਾ, ਰਾਸ ਪੂੰਜੀ, ਜਿਸ ਨੂੰ ਤੂੰ ਪ੍ਰਾਪਤ ਕਰਨ ਵਾਸਤੇ ਆਇਆ। ਰਾਮ ਨਾਮ ਸੰਤਨ ਕਰ ਪਾਇਆ। ਉਹ ਨਾਮ ਦਾ ਸੌਦਾ ਹੈ ਜਿਹੜਾ ਕੋਈ ਕਿਸੇ ਬਜਾਜੀ ਕੋਲ ਜਾ ਕੇ ਸੋਨਾ ਲੱਭੇ ਨਹੀਂ ਮਿਲੇਗਾ। ਕਿਸੇ ਲੱਕੜਾਂ ਵਾਲੇ ਕੋਲ ਜਾ ਕੇ ਕੋਈ ਬੰਦਾ ਕਹੇ ਮੈਨੂੰ ਉਹਦੇ ਕੋਲੋਂ ਕਾਰ ਮਿਲ ਜਾਏਗੀ, ਨਹੀਂ ਮਿਲੇਗੀ। ਗੁਰਦੇਵ ਕਹਿੰਦੇ ਇਸੇ ਤਰ੍ਹਾਂ ਜਿਹੜਾ ਨਾਮ ਧਨ ਹੈ, ਕੋਈ ਬੰਦਾ ਸਮਝੇ ਵੀ ਮੈਨੂੰ ਕਿਸੇ ਪੱਬ ਕਲੱਬ 'ਚੋਂ ਮਿਲ ਜਾਏਗਾ, ਕਿਸੇ ਸੁਸਾਇਟੀ 'ਚੋਂ ਮਿਲ ਜਾਏਗਾ। ਗੁਰਦੇਵ ਕਹਿੰਦੇ ਇਹ ਦਾਤ ਹੈ ਜਿਹੜੀ ਰਾਮ ਨਾਮ ਸੰਤਨ ਕਰ ਪਾਇਆ। ਰੱਬ ਦੇ ਪਿਆਰਿਆਂ ਦਾ ਘਰ ਹੈ ਗੁਰੂ ਕੀ ਸੰਗਤ। ਰੱਬ ਦੇ ਪਿਆਰਿਆਂ ਦੀ ਸੋਭਤ ਵਿੱਚੋਂ ਸਤਿਗੁਰ ਕਹਿੰਦੇ ਉਹ ਵਖਰ ਮਿਲੇਗਾ ਜਿਸ ਵਾਸਤੇ ਤੂੰ ਆਇਆ ਹੈ। ਪਰ ਗੁਰਦੇਵ ਕਹਿੰਦੇ ਇਹਦੇ ਵਾਸਤੇ ਸ਼ਰਤ ਹੈ ਇੱਕ, ਤਜ ਅਭਿਮਾਨ ਲਿਹੋ ਮਨ ਮੋਲ। ਇਹਦੇ ਵਾਸਤੇ ਸੰਸਾਰ ਦੀ ਪੂੰਜੀ ਨਹੀਂ ਤੇਰੀ ਚੱਲੇਗੀ। ਕੋਈ ਬੰਦਾ ਕਹੇ ਵੀ ਧਨ ਦੇ ਕੇ ਮੈਂ ਧਰਮ ਖਰੀਦ ਲਵਾਂ, ਸਮਝਦਾ ਮਨੁੱਖ ਇਸੇ ਤਰ੍ਹਾਂ ਹੀ ਹੈ। ਪਰ ਮੇਰੇ ਸਤਿਗੁਰ ਕਹਿੰਦੇ ਇੱਥੇ ਤਜ ਅਭਿਮਾਨ, ਆਪਣਾ ਹੰਕਾਰ ਛੱਡੀ, ਲਿਹੋ ਮਨ ਮੋਲ। ਮਨ ਦੇ ਵੱਟੇ ਮਨ ਦੇ ਕੇ ਉਹ ਦਾਤ ਮੁੱਲ ਮਿਲਦੀ ਹੈ। ਗੁਰਦੇਵ ਕਹਿੰਦੇ ਜਿਨ੍ਹਾਂ ਨੇ ਸੰਗਤ ਰੂਪੀ ਘਰ ਦੇ ਅੰਦਰ ਆਪਣੇ ਮਨ ਦਾ ਅਭਿਮਾਨ ਤਿਆਗ ਕੇ ਮਨ ਦੀ ਭੇਟਾ ਰੱਖੀ ਹੈ, ਉਸ ਨੂੰ ਇਹ ਨਾਮ ਦੀ ਜੀਵਨ ਦੀ ਦਾਤ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ। ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਗੁਰਦੇਵ ਕਹਿੰਦੇ ਹਿਰਦੇ ਦੇ ਅੰਦਰ ਇਹਨੂੰ ਤੋਲਣੀ ਭਾਵ ਧਾਰਨ ਕਰੀ, ਵਿਚਾਰ ਕਰੀ। ਜਦੋਂ ਮਨ ਦੇ ਕੇ ਮੁੱਲ ਲਏਗਾ ਇਹ ਦਾਤ ਤੇਰੇ ਹਿਰਦੇ ਤੱਕ ਪਹੁੰਚ ਜਾਂਦੀ ਹੈ। ਹਿਰਦੈ ਮੈਂ ਤੋਲ, ਜਿੰਨੇ ਵਿਚਾਰ, ਜਿੰਨੇ ਖਿਆਲ ਉਹਦੀ ਵਡਿਆਈ ਦੇ ਪ੍ਰਗਟ ਹੁੰਦੇ ਨੇ।
ਲਾਦ ਖੇਪ ਸੰਤਾਂ ਸੰਗ ਚਾਲ। ਗੁਰਦੇਵ ਕਹਿੰਦੇ ਇਹ ਸੌਦੇ ਦੀ ਖੇਪ ਲੱਦ ਕੇ ਜਿੱਥੇ ਨਾਮ ਹੈ, ਕਿੰਨਾ ਕੁਝ ਸੰਗਤ ਗੁਰਮੁਖ ਪਿਆਰਿਆਂ ਚੋਂ ਮਿਲੇਗਾ। ਸੋਝੀ ਮਿਲੇਗੀ, ਵਿਵੇਕ ਮਿਲੇਗਾ, ਆਨੰਦ ਮਿਲੇਗਾ, ਵਿਰਾਗ ਮਿਲੇਗਾ। ਗੁਰਦੇਵ ਕਹਿੰਦੇ ਇਹ ਖੇਪ ਹੈ ਜਿਹੜੀ ਸੰਤਾਂ ਸੰਗ ਚਾਲ, ਜ਼ਿੰਦਗੀ ਰੱਬ ਦੇ ਪਿਆਰਿਆਂ ਦੇ ਮਿਲਾਪ ਦੇ ਵਿੱਚ ਸਫਲ ਕਰੀ। ਅਵਰ ਤਿਆਗ ਵਿਖਿਆ ਜੰਜਾਲ, ਜਿੰਨੇ ਹੋਰ ਵੀ ਵਿਖਿਆ ਦੇ ਮਾਇਆ ਦੇ ਜੰਜਾਲ ਨੇ, ਅਵਰ ਤਿਆਗ ਸਭ ਨੂੰ ਤਿਆਗ ਦੇਈ। ਮਨ ਤੱਕ ਨਹੀਂ ਉਹ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ। ਕਿਰਤ ਸੰਸਾਰ ਪਦਾਰਥ ਤਨ ਤੱਕ ਰਹਿਣ, ਬੜਾ ਚੰਗਾ ਹੈ ਰੱਬ ਦੇ ਪਿਆਰੇ ਦੇ। ਗੁਰਦੇਵ ਕਹਿੰਦੇ ਮਨ ਵਿੱਚ ਉਹਦਾ ਹੀ ਖਿਆਲ ਆਏ। ਬੇੜਾ ਪਾਣੀ 'ਚ ਹੋਏ ਮੁਬਾਰਕ ਹੈ, ਪਰ ਬੇੜੇ 'ਚ ਪਾਣੀ ਨਾ ਹੋਏ। ਜਦੋਂ ਬੇੜੇ 'ਚ ਪਾਣੀ ਹੋ ਗਿਆ ਡੁੱਬ ਜਾਏਗਾ। ਸਰੀਰ ਸੰਸਾਰ ਦੇ ਵਿੱਚ ਹੋਏ ਮੁਬਾਰਕ ਹੈ, ਸੰਸਾਰ ਮਨ ਵਿੱਚ ਨਾ ਹੋਏ। ਫਿਰ ਸਤਿਗੁਰ ਕਹਿੰਦੇ ਉਹ ਜੀਵਨ ਪਾਰ ਨਹੀਂ ਲੰਘ ਸਕਦਾ। ਤਾਂ ਕਰਕੇ ਸਾਹਿਬ ਕਹਿੰਦੇ ਅਵਰ ਤਿਆਗ ਵਿਖਿਆ ਜੰਜਾਲ, ਬਾਕੀ ਸਾਰੇ ਜੰਜਾਲ ਤਿਆਗੀ, ਛੱਡ ਦੇਈ ਮਨ ਦੀਆਂ ਚਿੰਤਾਵਾਂ, ਅੰਦਰ ਦਾ ਹੰਕਾਰ, ਮਾਇਆ ਦੀ ਪਕੜ। ਧੰਨ ਧੰਨ ਕਹਿ ਸਭ ਕੋਏ। ਫਿਰ ਸਾਰੇ ਉਸ ਨੂੰ, ਰੱਬ ਦੇ ਪਿਆਰੇ ਨੂੰ ਧੰਨ ਧੰਨ ਕਹਿੰਦੇ ਨੇ। ਜਿਸ ਜੀਵਨ ਦੇ ਅੰਦਰ ਸੰਤ ਜਨਾਂ ਦੇ ਮਿਲਾਪ ਦੇ ਵਿੱਚੋਂ ਸੱਚੀ ਖੇਪ, ਸੱਚੀ ਰਾਸ ਵਰਤ ਜਾਂਦੀ ਹੈ। ਤੋ ਸਾਹਿਬ ਕਹਿੰਦੇ ਮੁਖ ਉਜਲ ਹਰ ਦਰਗਾਹ ਸੋਏ। ਇੱਥੇ ਵੀ ਧਨਤਾ ਯੋਗ ਹੈ। ਹਰੀ ਦੀ ਦਰਗਾਹ ਦੇ ਵਿੱਚ ਵੀ ਉਹਦਾ ਮੁਖ ਉਜਲਾ ਹੈ, ਸੁਰਖਰੂ ਹੋ ਜਾਂਦਾ ਹੈ ਰੱਬ ਦਾ ਪਿਆਰਾ। ਇਹ ਵਪਾਰ ਵਿਰਲਾ ਵਪਾਰ ਹੈ, ਪਰ ਸਾਹਿਬ ਕਹਿੰਦੇ ਕੋਈ ਵਿਰਲਾ ਹੈ ਇਹ ਵਪਾਰ ਪ੍ਰਾਪਤ ਕਰਦਾ ਹੋਏ। ਸੰਸਾਰ ਦੇ ਅੰਦਰ ਮਨੁੱਖ ਵਪਾਰੀ ਬਣ ਕੇ ਆਇਆ ਜ਼ਰੂਰ ਹੈ। ਸੰਸਾਰ ਦਾ ਸੌਦਾ ਬਹੁਤਿਆਂ ਨੇ ਮਨ ਵਿੱਚ ਭਰਿਆ ਹੋਇਆ। ਕੋਈ ਵਡਭਾਗਾ ਹੈ ਰੱਬ ਦਾ ਪਿਆਰਾ ਜਿਹੜਾ ਉਹਦੇ ਗੁਣਾਂ ਦੀ ਰਾਸ ਕਰਦਾ ਹੈ। ਸੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵਿਰਲਾ ਵਪਾਰ ਹੈ। ਵਿਰਲਾ ਹੈ ਜਿਹੜਾ ਸੰਗਤ ਦੇ ਸਟੋਰ ਤੇ ਆਉਂਦਾ ਹੋਏ, ਨਾਮ ਦਇਆ ਸਤ ਧਰਮ ਦੀ ਟਰੋਲੀ ਭਰ ਕੇ ਲੈ ਜਾਂਦਾ ਹੋਏ। ਨਹੀਂ ਤੇ ਮਨੁੱਖ ਸੁੱਖ ਚਾਹੁੰਦਾ ਹੈ, ਲੱਭ ਹੋਰ ਕਿਸੇ ਥਾਂ ਤੋਂ ਰਿਹਾ। ਆਨੰਦ ਚਾਹੁੰਦਾ ਹੈ, ਪ੍ਰਾਪਤੀ ਹੋਰ ਕਿਸੇ ਥਾਂ ਤੋਂ ਚਾਹੁੰਦਾ ਹੈ। ਗੁਰਦੇਵ ਕਹਿੰਦੇ ਕਿੰਨੇ ਵਡਭਾਗੇ ਜਨ ਜਿਹੜੇ ਗੁਰਮੁਖ ਪਿਆਰਿਆਂ ਦੀ ਸੰਗਤ 'ਚੋਂ ਨਾਮ ਦਾ ਵਪਾਰ ਕਰਦੇ ਨੇ। ਨਾਨਕ ਤਾਕੈ ਸਦ ਬਲਿਹਾਰੈ, ਉਹਦੇ ਤੋਂ ਮੈਂ ਸਦੀਵੀ ਕੁਰਬਾਨ ਜਾਵਾਂ। ਜਿਹਦੇ ਜੀਵਨ 'ਚ ਇਹ ਰਾਸ ਹੋਏ, ਧਨ ਦੁਨੀਆ ਦਾ ਮੁਬਾਰਕ ਹੈ, ਬਹੁਤਿਆਂ ਕੋਲ ਹੁੰਦਾ ਹੈ, ਪਰ ਮੇਰੇ ਗੁਰਦੇਵ ਕਹਿੰਦੇ ਇਹ ਦਾਤ ਅਮੀਰੀ ਦੀ ਨਿਸ਼ਾਨੀ ਇਹ ਹੈ ਸਤਿਗੁਰ ਦੀ ਨਜ਼ਰ ਅੰਦਰ। ਜਿਹਦੇ ਕੋਲ ਸੰਗਤ, ਨਾਮ, ਸੇਵਾ, ਪਰਉਪਕਾਰ ਹੋਏ, ਗੁਰੂ ਦੀ ਨਜ਼ਰ 'ਚੋਂ ਬੜਾ ਧਨੀ ਹੈ, ਮਹਾਨ ਅਮੀਰ ਹੋ ਨਿਬੜਦਾ ਹੈ। ਤੋ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਵਾਂ ਜਿਹੜਾ ਇਹ ਵਪਾਰ ਕਰਨਾ ਜਾਣਦਾ ਹੋਏ। ਚਰਨ ਸਾਧ ਕੇ ਧੋਏ ਧੋਏ ਪੀਓ। ਗੁਰਦੇਵ ਕਹਿੰਦੇ ਗੁਰੂ ਦੇ ਚਰਨ ਧੋ ਧੋ ਕੇ ਪੀਓ। ਭਾਵ ਗੁਰੂ ਕੇ ਬਚਨ ਨੂੰ, ਉਪਦੇਸ਼ ਨੂੰ ਵਿਚਾਰ ਕੇ ਅਮਲੀ ਰੂਪ ਦੇ ਅੰਦਰ ਧਾਰਨ ਕੀਤਾ ਜਾਏ। ਗੁਰੂ ਦੇ ਚਰਨ ਧੋਣੇ, ਗੁਰੂ ਅਨੁਸਾਰੀ ਹੋ ਕੇ ਜੀਵਨ ਜੀਣਾ। ਗੁਰੂ ਦੇ ਚਰਨ ਧੋਣੇ, ਗੁਰੂ ਕੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਣਾ। ਅਰਪ ਸਾਧ ਕੋ ਆਪਣਾ ਜੀਓ। ਗੁਰਦੇਵ ਕਹਿੰਦੇ ਆਪਣਾ ਜੀਓ ਅਰਪਣ ਕਰ ਗੁਰੂ ਨੂੰ। ਚਰਨ ਗੁਰੂ ਕਾ ਉਪਦੇਸ਼, ਉਹਦੇ ਵਾਸਤੇ ਆਪਣਾ ਜੀਓ, ਆਪਣਾ ਮਨ ਅਰਪਣ ਕਰਨਾ ਬੜਾ ਜ਼ਰੂਰੀ ਹੈ। ਬਸ ਜਿੰਨੇ ਵੀ ਇੱਕ ਵਾਰ ਅਰਪਣ ਕਰ ਦਿੱਤਾ, ਇੱਕੋ ਵਾਰ, ਇੱਕ ਵਾਰ ਮਨ ਲੱਗ ਗਿਆ ਗਣਕਾ ਦਾ, ਦੁਬਾਰਾ ਨਹੀਂ ਉਖੜਿਆ।
ਇੱਕੋ ਵਾਰ ਮਨ ਜੁੜ ਗਿਆ ਅਜਾਮਲ ਜੀ ਦਾ, ਦੁਬਾਰਾ ਨਹੀਂ ਉਖੜਿਆ। ਗੁਰਦੇਵ ਕਹਿੰਦੇ ਬਸ ਇੱਕ ਵਾਰ ਤੂੰ ਜੋੜਨਾ ਕਰ, ਫਿਰ ਬਹੁਤ ਵੱਡੀ ਪਵਿੱਤਰਤਾ ਤੇਰੇ ਜੀਵਨ ਵਿੱਚ ਵਰਤਦੀ ਹੈ। ਸਾਧ ਕੀ ਧੂਰ ਕਰੋ ਇਸ਼ਨਾਨ। ਆ ਗੁਰੂ ਕੋਲ ਜਦੋਂ ਵੀ ਗੁਰੂ ਰਾਹੀਂ ਕੁਝ ਕਰੀਏ, ਜ਼ਿੰਦਗੀ ਦੇ ਅੰਦਰ ਨਿਮਰਤਾ ਦਾ ਹੋਣਾ ਬੜਾ ਜ਼ਰੂਰੀ ਹੈ। ਧੂੜ ਇਸ਼ਨਾਨ ਕਰਨਾ ਭਾਵ ਬੜੇ ਨਿਮਰ ਹੋ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਣਾ। ਤੋ ਸਾਹਿਬ ਕਹਿੰਦੇ ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਇਹ ਹੈ ਗੁਰੂ ਤੋਂ ਕੁਰਬਾਨ ਜਾਣ ਦਾ ਢੰਗ। ਗੁਰੂ ਦੇ ਕੋਲ ਨਿਮਰਤਾ ਸਹਿਤ ਜਦੋਂ ਕੋਈ ਸਿੱਖ ਗੁਰੂ ਦੇ ਨਾਲ ਜੁੜਦਾ ਹੈ, ਬਹੁਤ ਗਹਿਰੀ ਪਵਿੱਤਰਤਾ ਜੀਵਨ 'ਚ ਬਣ ਆਉਂਦੀ ਹੈ। ਤਨ ਨੂੰ ਬੰਦਾ ਧੋਏ ਫਿਰ ਮੈਲ ਲੱਗ ਜਾਂਦੀ ਹੈ, ਬਾਰ-ਬਾਰ ਧੋਣਾ ਪੈਂਦਾ ਹੈ। ਪਰ ਗੁਰਦੇਵ ਜੀ ਕਹਿੰਦੇ ਜੇ ਸ਼ਬਦ ਗੁਰੂ ਕੀ ਸਿੱਖਿਆ ਨਾਲ ਮਨ ਇੱਕ ਵਾਰ ਸਾਫ਼ ਹੋ ਜਾਏ ਫਿਰ ਮੈਲਾ ਨਹੀਂ ਹੁੰਦਾ ਕਦੇ ਵੀ। ਇੱਕੋ ਵਾਰ ਪਵਿੱਤਰਤਾ ਆ ਗਈ ਗਣਕਾ ਦੇ ਅੰਦਰ, ਦੁਬਾਰਾ ਮਲੀਨਤਾ ਨਹੀਂ ਆਈ। ਤਨ ਬਾਰ-ਬਾਰ ਧੋਣਾ ਪਏਗਾ, ਮਨ ਨੂੰ ਇੱਕੋ ਵਾਰ ਦੀ ਲੋੜ ਹੈ। ਜਦੋਂ ਗੁਰਦੇਵ ਕਹਿੰਦੇ ਗੁਰੂ ਉਪਦੇਸ਼ ਸ਼ਬਦ ਦੇ ਨਾਲ ਜੁੜ ਗਿਆ ਨਾ, ਸਾਹਿਬ ਆਖਦੇ ਫਿਰ ਜੀਵਨ ਬੜਾ ਮਹਾਨ ਉੱਚਾ ਸੁੱਚਾ ਹੋ ਜਾਂਦਾ ਹੈ। ਅਨਕ ਵਿਗਣ ਤੇ ਸਾਧੂ ਰਾਖੇ, ਫਿਰ ਉੱਥੇ ਕੋਈ ਰੁਕਾਵਟ ਨਹੀਂ ਆਈ। ਵਿਗਣ ਦਾ ਅਰਥ ਹੈ ਦੁੱਖ, ਕੋਈ ਮੁਸ਼ਕਲ, ਕੋਈ ਰੁਕਾਵਟ। ਗੁਰੂ ਰੱਖਦਾ ਹੈ ਸਾਨੂੰ। ਇਹ ਸਿੱਖ ਨੂੰ ਪ੍ਰਤੀਤ ਹੋਏ ਗੁਰੂ ਤੇ ਵੀ ਮੇਰੇ ਵਾਸਤੇ ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌ ਗਿਰਦ ਹਮਾਰੇ। ਕਿੰਨੇ ਬੰਦਾ ਯਤਨ ਕਰਦਾ ਮੈਂ ਵਿਗਣਾ ਤੋਂ, ਕੋਈ ਕਿੰਨੇ ਢੰਗ ਨੇ ਖੈਰ, ਕੋਈ ਕਿਸੇ ਰੂਪ ਅੰਦਰ, ਕੋਈ ਧਾਗੇ ਰੂਪ ਅੰਦਰ, ਕੋਈ ਤਵੀਤ ਰੂਪ ਅੰਦਰ, ਕੋਈ ਕਿਤਨੇ ਯਤਨ ਨੇ ਤੁਹਾਡੇ ਸਾਹਮਣੇ। ਪਰ ਗੁਰਦੇਵ ਕਹਿੰਦੇ ਗੁਰੂ ਕੇ ਸ਼ਬਦ ਤੇ ਭਰੋਸਾ ਰੱਖਣਾ, ਉੱਥੇ ਕੋਈ ਵਿਘਨ ਨਹੀਂ। ਰੱਬ ਦਾ ਪਿਆਰਾ ਫਿਰ ਹੋਰ ਕਿਸੇ ਪਲ ਵੇਖਣ ਦੀ ਲੋੜ ਨਹੀਂ। ਗੁਰੂ ਕਾ ਉਪਦੇਸ਼ ਕਿੰਨੀਆਂ ਮੁਸ਼ਕਲਾਂ ਚੋਂ ਜੀਵਨ ਨੂੰ ਕੱਢ ਲੈਂਦਾ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਗੁਰਦੇਵ ਕਹਿੰਦੇ ਜਿਨੇ ਗੁਰੂ ਕੇ ਬਚਨਾਂ ਰਾਹੀਂ ਵਾਹਿਗੁਰੂ ਦੇ ਗੁਣ ਗਾਏ, ਅੰਮ੍ਰਿਤ ਰਸ ਚਾਖੈ, ਉਹਦੇ ਨਾਮ ਅੰਮ੍ਰਿਤ ਰਸ ਨੂੰ ਚਖਿਆ ਹੈ, ਅਨੁਭਵ ਦੇ ਵਿੱਚ ਲਿਆਂਦਾ। ਓਟ ਗਹੀ ਸੰਤਾਂ ਦਰ ਆਇਆ। ਗੁਰਮੁਖ ਪਿਆਰਿਆਂ ਦੀ ਹਜ਼ੂਰੀ 'ਚ ਆਉਣਾ ਸਾਹਿਬ ਜੀ ਕਹਿੰਦੇ ਬੜੀ ਵੱਡੀ ਓਟ ਹੈ। ਗਹੀ ਦਾ ਅਰਥ ਹੈ ਧਾਰਨ ਕਰ ਲੈਣਾ। ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਦੀ ਸੰਗਤ ਦਾ ਓਟ ਆਸਰਾ ਲਿਆ, ਸਰਬ ਸੂਖ ਨਾਨਕ ਤੇ ਪਾਇਆ। ਸਾਰੇ ਸੁੱਖ ਸਤਿਗੁਰੂ ਜੀ ਕਹਿੰਦੇ ਉੱਥੇ ਵਰਤ ਜਾਂਦੇ ਨੇ। ਉਸ ਜੀਵਨ ਦੇ ਅੰਦਰ ਜਿਨੇ ਰੱਬ ਦੇ ਪਿਆਰਿਆਂ ਦੇ ਗੁਰਮੁਖ ਜਨਾਂ ਦੇ ਉਪਦੇਸ਼ ਕੋਲੋਂ, ਸਿੱਖਿਆ ਕੋਲੋਂ ਆਪਣੇ ਜੀਵਨ ਨੂੰ ਆਧਾਰ ਬਖਸ਼ਿਆ, ਤੋ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ। ਕਿਤਨਾ ਸਮਰੱਥ ਹੈ ਮਾਲਕ ਵਾਹਿਗੁਰੂ, ਜਿਹਦੀ ਕਲਾ ਸੰਗਤ ਗੁਰਮੁਖ ਜਨਾਂ ਦੇ ਵਿੱਚ ਵਰਤਦੀ ਹੈ। ਮਿਰਤਕ ਕੋ ਜਿਵਾਲਣਹਾਰ, ਜਿਹੜੇ ਮਰੇ ਨੂੰ ਸਾਹਿਬ ਜੀ ਕਹਿੰਦੇ ਮਾਲਕ ਤੂੰ ਜਿਵਾਉਣ ਵਾਲਾ ਹੈ। ਤੇਰੀ ਕਲਾ ਹੈ ਇੱਕ ਤੇ ਸਰੀਰਕ ਤੌਰ ਤੇ, ਹਾਂ ਇੱਕ ਜਿਹੜੇ ਆਤਮਿਕ ਤੌਰ ਤੇ ਮੁੱਕ ਗਏ, ਚਲੇ ਗਏ, ਆਤਮਿਕ ਜੀਵਨ ਖਤਮ ਹੋ ਗਿਆ, ਉਹਨਾਂ ਨੂੰ ਵੀ ਵਾਹਿਗੁਰੂ ਫਿਰ ਤੂੰ ਜੀਵਨ ਬਖਸ਼ਿਸ਼ ਕਰ ਦਿੰਦਾ। ਜਿਨ੍ਹਾਂ ਦੀ ਆਸ ਨਹੀਂ ਸੀ ਕੋਈ ਵੀ ਉਹ ਵੀ ਜੀਵਨ ਵਿੱਚੋਂ ਪਾਰ ਲੰਘ ਜਾਣ। ਬਹੁਤ ਪਤਿਤ ਮਾੜੇ ਜੀਵਨ ਵਾਲੇ ਉਹ ਵੀ ਵਾਹਿਗੁਰੂ ਦੇ ਨਾਮ ਦਾ ਸਦਕਾ ਜੀਵਨ ਦੇ ਵਿੱਚੋਂ ਭਵਸਾਗਰ 'ਚੋਂ ਪਾਰ ਲੰਘ ਜਾਂਦੇ ਨੇ। ਭੁੱਖੇ ਕੋ ਦੇਵਤ ਆਧਾਰ, ਮਾਲਕ ਵਾਹਿਗੁਰੂ ਤੂੰ ਭੁੱਖੇ ਨੂੰ ਆਧਾਰ ਬਖਸ਼ਿਸ਼ ਕਰ ਦਿੰਦਾ। ਆਧਾਰ ਦਾ ਅਰਥ ਹੈ ਆਸਰਾ। ਤੇਰੀ ਬੜੀ ਵੱਡੀ ਕਲਾ ਹੈ। ਜ਼ਿੰਦਗੀ ਦੀ ਪਹੇਲੀ ਸਾਡੀ ਸਮਝ ਵਿੱਚ ਆ ਨਹੀਂ ਸਕਦੀ ਪੂਰਨ ਤੌਰ ਤੇ।
ਹਾਂ, ਜ਼ਿੰਦਗੀ ਜੀ ਆਪਾਂ ਜ਼ਰੂਰ ਸਕਦੇ ਹਾਂ, ਚੰਗੇ ਰੂਪ ਅੰਦਰ, ਮੰਦੇ ਰੂਪ ਅੰਦਰ, ਪਰ ਅੱਜ ਤੱਕ ਕੋਈ ਵੀ ਇਸ ਪਹੇਲੀ ਨੂੰ ਸਮਝ ਨਹੀਂ ਸਕਿਆ ਵੀ ਕੋਈ ਕਹੇ ਮੈਂ ਇਹ ਦੇਖ ਲਵਾਂ ਜੀਵਨ ਬਣਿਆ ਕਿੱਥੋਂ ਹੈ, ਜੀਵ ਆਇਆ ਕਿੱਥੋਂ ਹੈ, ਜੀਵ ਜਾਂਦਾ ਕਿੱਥੋਂ ਹੈ। ਗੁਰਦੇਵ ਕਹਿੰਦੇ ਦਾਤ ਮਾਲਕ ਵਾਹਿਗੁਰੂ ਦੇ ਹੱਥ ਹੈ, ਭੁੱਖੇ ਨੂੰ ਵੀ ਆਧਾਰ ਬਖਸ਼ਿਸ਼ ਕਰ ਦਿੰਦਾ ਹੈ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਜਿਹਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਸਾਰੇ ਖਜ਼ਾਨੇ ਵਰਦੇ ਨੇ। ਨਿਧਾਨ ਦਾ ਅਰਥ ਹੈ ਖਜ਼ਾਨੇ, ਨਿਧਾਨ ਦਾ ਅਰਥ ਹੈ ਬਰਕਤਾਂ। ਜਿਹਦੀ ਕਿਰਪਾ ਦ੍ਰਿਸ਼ਟੀ 'ਚ ਸਾਰੀਆਂ ਬਰਕਤਾਂ ਨੇ, ਪੁਰਬ ਲਿਖੇ ਕਾ ਲਹਿਣਾ ਪਾਹੇ। ਹਾਂ, ਗੁਰਦੇਵ ਕਹਿੰਦੇ ਜਿਹੜਾ ਕਰਮਾਂ ਦੇ ਵਿੱਚ ਸੰਜੋਗ ਲਿਖਿਆ ਉਸ ਮੁਤਾਬਕ ਦਾਤ ਜੀਵਨ ਵਿੱਚ ਪ੍ਰਾਪਤ ਹੋ ਜਾਂਦੀ ਹੈ। ਰੱਬ ਦੇ ਪਿਆਰੇ ਨੇ ਜਦੋਂ ਵੀ ਝੋਲੀ 'ਚ ਕੁਝ ਪ੍ਰਾਪਤ ਕੀਤਾ ਇਹ ਹੀ ਕਿਹਾ ਵਾਹਿਗੁਰੂ ਇਹ ਪੁਰਬ ਲਿਖੇ ਕਾ ਲਹਿਣਾ ਹੈ, ਇਹ ਮੇਰੀ ਕਾਲ ਮੁਸ਼ੱਕਤ ਨਹੀਂ। ਤੇ ਰੱਬ ਦਾ ਪਿਆਰਾ ਤਾਂ ਹੀ ਜੀਵਨ ਦੇ ਅੰਦਰ ਹਰੇਕ ਚੀਜ਼ ਕਬੂਲ ਕਰ ਲੈਂਦਾ, ਉਹਨੂੰ ਪਤਾ ਹੁੰਦਾ ਹੈ ਇਹ ਮਾਲਕ ਤੇਰੇ ਵੱਲੋਂ ਆਈ ਹੈ, ਤੂੰ ਮਾਲਕ ਹੈ, ਮੈਂ ਤੇਰਾ ਦਾਸ ਹਾਂ, ਜੋ ਵੀ ਮੇਰੇ ਜੀਵਨ 'ਚ ਬਖਸ਼ੇਗਾ ਉਹ ਸਤਿਕਾਰਯੋਗ ਹੈ। ਸਭ ਕੁਛ ਤਿਸਕਾ ਉਹ ਕਰਨਾ ਜੋ, ਕਿਉਂਕਿ ਵਾਹਿਗੁਰੂ ਸਭ ਕੁਝ ਤੇਰਾ, ਤੂੰ ਕਰਨ ਯੋਗ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ, ਮਾਲਕ ਤੋਂ ਬਿਨਾਂ ਕੋਈ ਦੂਜਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲੋਂ ਸ਼ੁਰੂਆਤ ਹੁੰਦੀ ਹੈ ਇੱਕ ਓੰਕਾਰ ਤੋਂ। ਤੇ ਗੁਰਦੇਵ ਨੇ ਜਿੱਥੇ ਇੱਕ ਓੰਕਾਰ ਲਿਖਿਆ ਮੂਲ ਮੰਤਰ ਦਾ, ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਅੰਗ ਤੇ ਸਤਿਗੁਰ ਨੇ ਗਿਣਤੀ ਦਾ ਏਕਾ ਨਹੀਂ ਪਾਇਆ। 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਗਾਂ ਦੀ ਗਿਣਤੀ 2 ਤੋਂ ਸ਼ੁਰੂ ਹੋਈ ਹੈ, 1 ਤੋਂ ਨਹੀਂ। ਗੁਰਦੇਵ ਨੇ ਕਿਹਾ ਮਾਲਕ ਵਾਹਿਗੁਰੂ ਜਿੱਥੇ ਤੇਰੀ ਵਡਿਆਈ ਵਾਸਤੇ ਮੈਂ ਇੱਕ ਓੰਕਾਰ ਦਾ ਏਕਾ ਪਾਇਆ ਹੈ, ਇਸ ਏਕੇ ਦੇ ਬਰਾਬਰ ਮੈਂ ਕੋਈ ਗਿਣਤੀ ਦਾ ਦੂਜਾ ਏਕਾ ਨਹੀਂ ਰੱਖਣਾ। ਗੁਰਦੇਵ ਨੇ ਉੱਥੇ ਵੀ ਏਕਾ ਨਹੀਂ ਪਾਇਆ, ਕਿਉਂਕਿ ਜਿਸ ਮਾਲਕ ਦੀ ਵਡਿਆਈ ਸਾਹਿਬ ਜੀ ਕਹਿੰਦੇ ਕਰਨ ਜਾ ਰਹੇ ਹਾਂ ਉਹਦਾ ਕੋਈ ਸ਼ਰੀਕ ਨਹੀਂ, ਉਹਦੇ ਵਰਗਾ ਕੋਈ ਦੂਜਾ ਨਹੀਂ। ਤੇ ਨਾ ਸਾਹਿਬ ਕਹਿੰਦੇ ਹੋਇਆ ਨਾ ਕਦੇ ਹੋ ਸਕਦਾ। ਮਾਲਕ ਵਾਹਿਗੁਰੂ ਤੇਰੇ ਤੋਂ ਬਿਨਾ ਤਿਸ ਬਿਨ ਦੂਸਰ ਹੋਆ ਨਾ ਹੋਗ, ਨਾ ਕੋਈ ਹੋਏਗਾ ਨਾ ਕੋਈ ਹੋਇਆ, ਨਾ ਕੋਈ ਸਾਹਿਬ ਜੀ ਕਹਿੰਦੇ ਹੈ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ। ਸਾਰੇ ਕੰਮਾਂ ਤੋਂ ਧਰਮਾਂ ਚੋਂ ਸ੍ਰੇਸ਼ਟ ਧਰਮ ਸਾਹਿਬ ਨੇ ਨਾਮ ਦਾ ਆਖਿਆ ਬੰਦਗੀ ਦਾ। ਰੱਬ ਦੀ ਬੰਦਗੀ, ਉਹਦਾ ਨਾਮ, ਉਹਦੀ ਵਡਿਆਈ ਜੀਵਨ 'ਚ ਹੋਏ। ਸਾਰੇ ਜਪ ਦੇ ਵਿੱਚੋਂ ਵੱਡਾ ਜਪ ਹੈ, ਕਰਮਾਂ 'ਚੋਂ ਵੱਡਾ ਕਰਮ ਹੈ, ਧਰਮਾਂ 'ਚੋਂ ਵੱਡਾ ਧਰਮ ਹੈ। ਹਰ ਕੋ ਨਾਮ ਜਪ ਨਿਰਮਲ ਕਰਮ। ਤੋ ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਸਾਰਿਆਂ ਤੋਂ ਸ੍ਰੇਸ਼ਟ ਸਾਹਿਬ ਜੀ ਕਹਿੰਦੇ ਇਹ ਕਰਨੀ ਹੈ, ਮਹਾਨ ਹੈ। ਉਸ ਰੱਬੀ ਯਾਦ ਨੂੰ ਜੀਵਨ ਵਿੱਚ ਟਿਕਾ ਲੈਣਾ। ਕਰ ਕਿਰਪਾ ਜਿਸ ਕੋ ਨਾਮ ਦਿਆ। ਹੁਣ ਅਸੀਂ ਉਦਮ ਕਰ ਸਕਦੇ ਹਾਂ ਭਗਤੀ ਦਾ, ਨਾਮ ਦਾ, ਬਾਣੀ ਦਾ, ਪਰ ਗੁਰਦੇਵ ਕਹਿੰਦੇ ਅਨੁਭਵੀ ਰੂਪ ਦੇ ਵਿੱਚ ਆਏ ਇਹ ਵਾਹਿਗੁਰੂ ਤੇਰੀ ਕਿਰਪਾ ਹੈ, ਇਹ ਤੇਰੀ ਬਖਸ਼ਿਸ਼ ਹੈ। ਭੋਜਨ ਅਸੀਂ ਖਾ ਸਕਦੇ ਹਾਂ, ਖੂਨ ਅਸੀਂ ਨਹੀਂ ਬਣਾਉਂਦੇ, ਉਹਦੀ ਕਿਰਪਾ ਹੈ। ਤੇ ਬਹੁਤ ਥੋੜ੍ਹੇ ਨੇ ਸੰਸਾਰ ਦੇ ਅੰਦਰ, ਐਸਾ ਰੋਗ ਵੀ ਹੁੰਦਾ ਬੰਦੇ ਨੂੰ ਵੀ ਬੱਚਾ ਜਾਂ ਕੋਈ ਬੰਦਾ ਭੋਜਨ ਖਾਂਦਾ ਪਰ ਖੂਨ ਨਹੀਂ ਬਣਦਾ। ਕਰੋੜਾਂ 'ਚੋਂ ਐਸੇ ਰੋਗੀ ਮਿਲ ਜਾਂਦੇ ਨੇ। ਬਹੁਤ ਥੋੜ੍ਹੇ ਭੋਜਨ ਖਾਂਦਾ ਹੋਏ ਪਰ ਖੂਨ ਨਾ ਬਣਦਾ ਹੋਏ। ਧਰਮ ਦੇ ਜਗਤ ਵਿੱਚ ਐਸੇ ਬੜੇ ਲੋਕ ਨੇ, ਪਾਠ ਪੂਜਾ ਕਰ ਰਹੇ ਨੇ ਪਰ ਅਨੁਭਵ ਨਹੀਂ ਬਣਿਆ। ਬੜੇ ਨੇ ਐਸੇ, ਪਾਠ ਪੂਜਾ ਹੋ ਰਿਹਾ ਪਰ ਅਨੁਭਵ ਦੇ ਵਿੱਚ ਨਹੀਂ ਆਇਆ, ਰਸ ਦੇ ਵਿੱਚ ਨਹੀਂ ਆਇਆ। ਉਹ ਕਰਮ ਹੋ ਰਿਹਾ
ਬੇਰਸੀ ਦੇ ਵਿੱਚ ਹੀ ਹੋ ਰਿਹਾ। ਗੁਰਦੇਵ ਕਹਿੰਦੇ ਵਾਹਿਗੁਰੂ ਇਹ ਵੀ ਤੇਰੀ ਕਿਰਪਾ ਹੈ। ਜਿਹਨੂੰ ਰਸ ਆਇਆ ਹੋਏ, ਜਿਹਨੂੰ ਅਨੁਭਵ ਆਇਆ ਹੋਏ, ਤੋ ਵਾਹਿਗੁਰੂ ਕਾਲ ਪੁਰਖ ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਨਕ ਸੋ ਜਨ ਨਿਰਮਲ ਥੀਆ। ਉਹ ਨਿਰਮਲ ਹੋ ਗਿਆ, ਦੁਬਾਰਾ ਫਿਰ ਮੈਲਾ ਨਹੀਂ ਹੁੰਦਾ ਕਦੇ ਵੀ, ਕਦੇ ਮੈਲਾ ਨਹੀਂ ਹੋਇਆ। ਇੱਕ ਵਾਰ ਨਿਰਮਲਤਾ ਹੀ ਮਿਲ ਗਈ ਭਾਈ ਸੱਜਣ ਨੂੰ, ਦੁਬਾਰਾ ਮੈਲਾ ਨਹੀਂ ਹੋਇਆ। ਇੱਕ ਵਾਰ ਨਿਰਮਲਤਾ ਹੀ ਮਿਲ ਗਈ ਕੌਡੇ ਰਾਖਸ਼ ਨੂੰ, ਦੁਬਾਰਾ ਮੈਲਾ ਨਹੀਂ ਹੋਇਆ। ਤੋ ਗੁਰਦੇਵ ਕਹਿੰਦੇ ਜਿਹਨੂੰ ਇੱਕ ਵਾਰ ਮਾਲਕ ਤੂੰ ਨਿਰਮਲ ਬਖਸ਼ਦਾ ਹੈ, ਤੇਰਾ ਜਨ ਫਿਰ ਕਦੇ ਮੈਲਾ ਨਹੀਂ ਹੁੰਦਾ। ਨਾਨਕ ਸੋ ਜਨ ਨਿਰਮਲ ਥੀਆ। ਉਹਨੂੰ ਮੈਲ ਲੱਗੀ ਨਹੀਂ ਕਿਸੇ ਵੀ ਰੂਪ ਦੇ ਅੰਦਰ। ਲੋਕ ਕਹਿੰਦੇ ਰਹੇ ਭਗਤ ਕਬੀਰ ਜੀ ਨੂੰ, ਭਗਤ ਰਵਿਦਾਸ ਜੀ ਨੂੰ, ਭਾਈ ਇਹ ਕੀ ਕਰਦੇ ਹੋ? ਜਿਨ੍ਹਾਂ ਦੇ ਮਨ ਸੱਚੇ ਹੋ ਗਏ ਉਹ ਸਦਾ ਹੀ ਸੋਚ ਵਿੱਚ ਟਿਕ ਗਏ। ਉਹਨਾਂ ਦੇ ਜੀਵਨ 'ਚ ਬੜੀ ਸੋਚ ਰਹੀ, ਜਿਹੜੇ ਸੱਚੇ ਹੋ ਗਏ। ਤੇ ਜਿਨ੍ਹਾਂ ਨੇ ਬਾਹਰ ਤੋਂ ਸੋਚ ਰੱਖੀ, ਮਨ ਉਸੇ ਤਰ੍ਹਾਂ ਮੈਲੇ। ਜਾਤ ਦਾ, ਵੱਡੇਪਨ ਦਾ ਹੰਕਾਰ, ਕਰਮਾਂ ਦਾ ਹੰਕਾਰ, ਕਿੰਨਾ ਅਭਿਮਾਨ ਉਹਨਾਂ ਦੇ ਜੀਵਨ 'ਚ ਵਰਤਦਾ ਰਿਹਾ। ਤੋ ਰੱਬ ਦੇ ਪਿਆਰੇ ਜਦੋਂ ਸੱਚ ਨਾਲ ਜੁੜ ਗਏ, ਹਰੇਕ ਕਰਮ ਹੀ ਉਹਨਾਂ ਦਾ ਸੁੱਚਾ ਹੈ। ਹਰੇਕ ਕਰਮ। ਭਾਈ ਗੁਰਦਾਸ ਜੀ ਕਹਿਣ ਲੱਗੇ, ਭਗਤ ਰਵਿਦਾਸ ਜੀ ਨੂੰ ਜਦੋਂ ਨਿਰਮਲਤਾ ਹੀ ਮਿਲ ਗਈ, ਕਰਮ ਉਹਨਾਂ ਦਾ ਬਾਹਰੀ ਤੌਰ 'ਤੇ ਉਹੀ ਰਿਹਾ। ਕੁੱਲਾ ਧਰਮ ਢੋਏ ਢੋਰ ਸਮੇਟਾ, ਇਹ ਰਿਹਾ ਉਹਨਾਂ ਦਾ ਕਰਮ। ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਮਰੇਟਾ, ਪਾਣਾ ਗੰਡੇ ਰਾਹ ਵਿੱਚ ਕੁੱਲਾ ਧਰਮ ਢੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਲਪੇਟਾ। ਉਹ ਨਿਰਮਲਤਾ ਹੀ ਬਣੀ ਰਹੀ। ਬਾਹਰੀ ਕਰਮ ਦੇ ਵਿੱਚ ਉਹਨਾਂ ਦੇ ਜੀਵਨ ਨੂੰ ਕੋਈ ਮੈਲ ਨਹੀਂ ਲੱਗੀ। ਗੁਰਦੇਵ ਕਹਿੰਦੇ ਜਿਹੜੇ ਨਿਰਮਲ ਹੋ ਗਏ ਉਹ ਸਦਾ ਹੀ ਨਿਰਮਲ ਨੇ। ਉਹ ਦੁਬਾਰਾ ਉਹਨਾਂ ਨੂੰ ਮਾਇਆ ਨਹੀਂ ਵਿਆਪਦੀ। ਸੋ ਜਨ ਨਿਰਮਲ ਥੀਆ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਾ ਕੇ ਮਨ ਗੁਰ ਕੀ ਪ੍ਰਤੀਤ। ਬਹੁਤ ਵੱਡੀ ਗੱਲ ਹੈ, ਗੁਰੂ ਦੀ ਪ੍ਰਤੀਤ ਬਣ ਜਾਣਾ। ਤੇ ਰੱਬ ਦੀ ਪ੍ਰਤੀਤ ਵੀ ਬਾਅਦ ਵਿੱਚ ਬਣਦੀ ਹੈ, ਪਹਿਲੋਂ ਗੁਰੂ ਤੇ ਭਰੋਸਾ ਜ਼ਰੂਰੀ ਹੈ। ਜੇ ਗੁਰੂ 'ਚੋਂ ਨਹੀਂ ਦਿਸਿਆ, ਫਿਰ ਘੱਟ ਘੱਟ ਵਿੱਚੋਂ, ਹਰੇਕ ਜੀ ਦੇ ਵਿੱਚੋਂ ਕਿੱਥੋਂ ਦਿਸ ਪਏਗਾ? ਜੇ ਸ਼ਬਦ 'ਚੋਂ ਹੀ ਨਹੀਂ ਦਿਸਿਆ, ਬਾਣੀ 'ਚੋਂ ਹੀ ਨਹੀਂ ਦਿਸਿਆ। ਜਿਨ੍ਹਾਂ ਦੀ ਪ੍ਰਤੀਤ ਬਣੀ ਹੈ ਤਾਂ ਹੀ ਪ੍ਰੀਤ ਬਣੀ ਹੈ। ਕਿਉਂਕਿ ਜਿਨ੍ਹਾਂ ਦੀ ਪ੍ਰਤੀਤ ਹੀ ਨਹੀਂ ਬਣੀ, ਭਰੋਸਾ ਹੀ ਨਹੀਂ ਬਣਿਆ, ਦੋ ਦੋਸਤਾਂ ਦਾ ਭਰੋਸਾ ਹੀ ਨਹੀਂ ਬਣਿਆ, ਦੋਸਤੀ ਕਿਵੇਂ ਨਿਭ ਜਾਏਗੀ? ਜਿਹੜੇ ਰਿਸ਼ਤੇ 'ਚ ਪ੍ਰਤੀਤ ਨਹੀਂ ਹੈ, ਪ੍ਰੀਤ ਵੀ ਕਿੱਥੋਂ ਹੋਏਗੀ? ਪਤੀ ਨੂੰ ਪਤਨੀ ਤੇ ਭਰੋਸਾ ਨਹੀਂ, ਪਤਨੀ ਨੂੰ ਪਤੀ ਤੇ ਭਰੋਸਾ ਨਹੀਂ, ਕੀ ਪਿਆਰ ਬਣ ਜਾਏਗਾ? ਜਿਹੜੇ ਰਿਸ਼ਤੇ 'ਚ ਭਰੋਸਾ ਨਹੀਂ ਹੈ, ਉੱਥੇ ਪਿਆਰ ਵੀ ਕਦੇ ਨਹੀਂ ਹੋ ਸਕਦਾ, ਕਦੇ ਨਹੀਂ। ਉੱਤੋਂ ਤੋਂ ਭਾਵੇਂ ਜਿੱਦਾਂ ਮਰਜ਼ੀ ਬੰਦਾ ਰਿਸ਼ਤਾ ਨਿਭਾ ਲੇ, ਪ੍ਰਤੀਤ ਦੇ ਵਿੱਚੋਂ ਹੀ ਪ੍ਰੀਤ ਪੈਦਾ ਹੁੰਦੀ ਹੈ। ਜੇ ਪਿਓ ਪੁੱਤ ਦੀ ਪ੍ਰਤੀਤ ਨਹੀਂ ਹੈ, ਪ੍ਰੀਤ ਵੀ ਨਹੀਂ ਹੋ ਸਕਦੀ ਕਦੇ। ਉਹ ਫਿਰ ਆਧਾਰ ਕਾਰਡ ਵਾਸਤੇ ਨਾਮ ਰੱਖ ਲੈਂਦਾ ਬੰਦਾ ਇਕੱਲਾ। ਤੋ ਮੇਰੇ ਗੁਰਦੇਵ ਕਹਿੰਦੇ ਜਿਨ੍ਹਾਂ ਨੂੰ ਪ੍ਰਤੀਤ ਹੈ, ਪ੍ਰੀਤ ਵੀ ਉਹਨਾਂ ਦੇ ਜੀਵਨ 'ਚ ਸਦਾ ਬਣ ਆਉਂਦੀ ਹੈ। ਤੋ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ। ਔਖਾ ਮਾਰਗ ਹੈ ਇਹ, ਜਿਹੜਾ ਭਰੋਸੇ ਦਾ, ਵਿਸ਼ਵਾਸ ਦਾ। ਜੋ ਗੁਰੂ ਕਹਿੰਦਾ ਉਹ ਉੱਦਾਂ ਹੀ ਮੰਨ ਲੈਣਾ। ਨਹੀਂ ਤੇ ਮਨ ਦੇ ਬੜੇ ਖਿਆਲ ਨੇ, ਸਾਡੇ ਬੜੇ ਤਜਰਬੇ ਨੇ। ਅਸੀਂ ਆਪਣੇ ਤਜਰਬਿਆਂ ਮੁਤਾਬਕ ਕਈ ਵਾਰ ਬਾਣੀ ਨੂੰ ਪਰਖਦੇ ਹਾਂ, ਗੁਰੂ ਦੀ ਵਿਆਖਿਆ ਕਰਦੇ ਹਾਂ। ਫਿਰ ਆਪਾਂ ਕਹਿੰਦੇ ਵੀ ਕਿਵੇਂ ਹੋ ਸਕਦਾ ਹੈ? ਬੜਾ ਮੁਸ਼ਕਲ ਹੈ। ਕਿਉਂਕਿ ਜੋ ਅਸੀਂ ਨਹੀਂ ਕਰ ਸਕਦੇ, ਆਪਾਂ ਸਮਝਦੇ ਹਾਂ ਗੁਰੂ ਵੀ ਨਹੀਂ ਕਰ ਸਕਦਾ। ਜੋ ਵਿਗਿਆਨੀ ਨਹੀਂ ਕਰ ਸਕਦਾ, ਆਪਾਂ ਕਹਿੰਦੇ ਸ਼ਾਇਦ ਗਿਆਨੀ, ਰੱਬ ਦਾ ਪਿਆਰਾ ਵੀ ਨਾ ਕਰ ਸਕੇ। ਜਦੋਂ ਆਪਾਂ ਉਹਨਾਂ ਮਨੋਤਾਂ ਦੇ ਨਾਲ, ਉਹਨਾਂ ਖਿਆਲਾਂ ਨਾਲ ਗੁਰੂ ਮਾਲਕ ਨੂੰ ਤੋਲਾਂਗੇ, ਬੜਾ ਔਖਾ ਹੈ। ਨਹੀਂ ਤੋਲਿਆ ਜਾਣਾ, ਨਹੀਂ ਪ੍ਰਤੀਤ ਬਣਨੀ ਕਦੇ ਵੀ।
ਤੇ ਜੋ ਗੁਰੂ ਨੇ ਕਿਹਾ, ਕਿਉਂਕਿ ਗੁਰੂ ਦਾ ਤਜਰਬਾ ਹੈ, ਸਾਡਾ ਤੇ ਥੋੜਾ ਹੈ, ਪਰ ਉਹਨੂੰ ਪੂਰਨ ਤੌਰ ਤੇ ਮੰਨ ਲੈਣਾ ਵੀ ਨਹੀਂ ਸੱਤ ਹੈ। ਮੇਰੇ ਗੁਰੂ ਜੀ ਕਹਿ ਰਹੇ ਨੇ, ਸੱਚ ਕਹਿ ਰਹੇ ਨੇ, ਇਹ ਬਹੁਤ ਵੱਡੀ ਗੱਲ ਹੋਏਗੀ। ਨਹੀਂ ਤੇ ਬੰਦੇ ਦੇ ਆਪਣੇ ਤਜਰਬੇ, ਆਪਣੀਆਂ ਮਨੌਤਾਂ ਬਹੁਤ ਵੱਡੀ ਰੁਕਾਵਟ ਬਣਦੀਆਂ ਨੇ। ਤਾਂ ਹੀ ਤੇ ਗੁਰੂ ਕੋਲ ਆ ਕੇ ਸਭ ਤੋਂ ਪਹਿਲਾ ਕਰਮ ਹੁੰਦਾ ਹੈ ਮਨ ਗੁਰੂ ਅੱਗੇ ਰੱਖ ਦੇਣਾ। ਉਹ ਜਨਕ ਨੂੰ ਇਹੀ ਕਿਹਾ ਸੀ ਅਸ਼ਟਾਵਕਰ ਨੇ, ਜੇ ਤੂੰ ਗਿਆਨ ਚਾਹੁੰਦਾ ਹੈ ਮਨ ਮੈਨੂੰ ਦੇ ਦੇ। ਠੀਕ ਹੈ ਗੁਰਦੇਵ, ਮਨ ਤੁਹਾਨੂੰ ਦਿੱਤਾ ਹੈ, ਚਲੋ ਹੁਣ ਮੈਂ ਘੋੜੇ ਦੀ ਰਕਾਬ ਤੇ ਪੈਰ ਰੱਖਦਾ, ਮੈਨੂੰ ਗਿਆਨ ਦਿਓ। ਅਸ਼ਟਾਵਕਰ ਕਹਿਣ ਲੱਗਾ ਇਹ ਹੀ ਬਹੁਤ ਵੱਡੀ ਮੁਸ਼ਕਲ ਹੈ। ਮਨੁੱਖ ਕਹਿ ਦਿੰਦਾ ਮਨ ਦੇਤਾ, ਜੇ ਮਨ ਦੇਤਾ ਫਿਰ ਸਾਡੀ ਮਨ ਦੀ ਮਰਜ਼ੀ ਨਹੀਂ ਹੋ ਸਕਦੀ ਕਦੇ ਵੀ। ਜੇ ਮਨ ਹੀ ਦੇਤਾ ਫਿਰ ਤੇਰੀ ਮਰਜ਼ੀ ਕਾਹਦੀ ਵੀ ਰਕਾਬ ਤੇ ਪੈਰ ਰੱਖੇ, ਹੁਣ ਤੇ ਫਿਰ ਉਹਦੀ ਮਰਜ਼ੀ ਜਿਹਨੂੰ ਮਨ ਦਿੱਤਾ ਹੈ। ਜੇ ਮਨ ਅਰਪਣ ਕਰ ਦਿੱਤਾ ਉੱਥੇ ਮਰਜ਼ੀ ਨਹੀਂ ਰਹਿ ਜਾਂਦੀ। ਤੇ ਜਿਨ੍ਹਾਂ ਨੇ ਮਰਜ਼ੀ ਦਾ ਤਿਆਗ ਕੀਤਾ ਪ੍ਰਤੀਤ ਵੀ ਉਹਨਾਂ ਦੀ ਬਣੀ। ਮਨ ਸਭ ਤੋਂ ਵੱਡੀ ਰੁਕਾਵਟ ਹੈ, ਸਭ ਤੋਂ ਵੱਡੀ। ਤਨ ਰੁਕਾਵਟ ਨਹੀਂ ਬਣਦਾ ਕਦੇ ਵੀ ਧਰਮ ਦੇ ਵਿੱਚ। ਤਨ ਤੇ ਧਰਮ ਕਮਾ ਰਿਹਾ, ਕੋਈ ਐਸਾ ਤਨ ਨਹੀਂ ਜਿਹੜਾ ਧਰਮ ਚੋਂ ਬਾਹਰ ਹੋਏ। ਤਨ ਨੂੰ ਨੀਂਦ ਚਾਹੀਦੀ ਹੈ, ਭੁੱਖ ਲੱਗਦੀ ਹੈ, ਗਰਮੀ ਸਰਦੀ ਲੱਗਦੀ ਹੈ। ਤਨ ਨੂੰ ਤੱਤ ਚਾਹੀਦੇ ਨੇ, ਜਿੱਥੋਂ ਬਣਿਆ ਮਿਲ ਰਹੇ ਨੇ। ਮੇਰੇ ਗੁਰਦੇਵ ਨੇ ਬਖਸ਼ਿਸ਼ ਕੀਤੀ, ਲੋੜ ਹੈ ਮਨ ਧਰਮੀ, ਮਨ ਨੂੰ ਆਪਾਂ ਬਣਾਉਣਾ ਪਹਿਲੋਂ ਜ਼ਰੂਰੀ ਹੈ। ਮੇਰੇ ਗੁਰਦੇਵ ਨੇ ਕਿਰਪਾ ਕੀਤੀ, ਇਹ ਬਣ ਜਾਏ ਧਰਮੀ, ਫਿਰ ਤਨ ਦਾ ਹਰੇਕ ਕਰਮ ਪ੍ਰਵਾਨ ਹੋ ਜਾਂਦਾ ਹੈ। ਤੇ ਮੁਸ਼ਕਲ ਇਹ ਨਹੀਂ ਬਣਦਾ। ਕਿਸੇ ਸੱਜਣ ਨੇ ਕਿਹਾ ਰਾਤੋਂ ਰਾਤ ਬੰਦਿਆਂ ਨੇ ਚੰਦਾ ਇਕੱਠਾ ਕੀਤਾ ਵੀ ਚਲੋ ਮਸੀਤ ਬਣਾਉਣੀ ਹੈ। ਲੋਕਾਂ ਨੇ ਚੰਦਾ ਇਕੱਠਾ ਕਰਕੇ ਮਸੀਤ ਬਣਾ ਲਈ। ਮਸੀਤਾਂ ਦੇ ਵਿੱਚ ਸਰੀਰ ਵੜ ਗਏ ਪਰ ਮਨ ਕਿਸੇ ਦਾ ਦਾਖਲ ਨਹੀਂ ਹੋਇਆ। ਮਸਜਿਦ ਤੋਂ ਬਣਾ ਲਈ ਸ਼ਬ ਭਰ में इमाम की हरारत वालों ने। वो मस्जिद ते बना ली उन्होंने, पर मन बरसों का पापी है, नमाजी बन ना सका। मन नहीं नमाजी बनया, बड़ी छेती कर लिया धर्म का कर्म। पर गुरुदेव कहते जिन्ना चिर तक ਉਹਦੇ ਨਾਲ मन नहीं जुड़िया वो कर्म की भी प्रवानगी नहीं मिली। सतगुर ने ਉਹ ਨਵਾਬ ਨੂੰ ਤੇ ਕਾਜੀ ਨੂੰ ਇਹੀ ਗੱਲ ਕਹੀ ਸੀ, ਭਲਿਓ ਮੈਂ ਤੁਹਾਡੇ ਨਾਲ ਮਸੀਤ ਵਿੱਚ ਆਇਆ ਸਾਂ, ਤੁਸੀਂ ਰਹੇ ਨਹੀਂ। ਤਨ ਤੁਹਾਡੇ ਇੱਥੇ ਰਹੇ ਹੋਣਗੇ, ਕਿਉਂਕਿ ਗੁਰੂ ਜਾਣਦਾ ਹੈ। ਇਹ ਕਦੇ ਨਾ ਭੁੱਲਿਓ ਵੀ ਸਤਿਗੁਰੂ ਅੰਤਰਗਤ ਅਵਸਥਾ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਨੇ। ਨਵਾਬ ਤੂੰ ਕਾਬਲ ਪਹੁੰਚ ਗਿਆ, ਕਾਜੀ ਤੂੰ ਆਪਣੇ ਘਰ ਵਛੇਰੀ ਲਾਗੇ ਪਹੁੰਚ ਗਏ। ਗੁਰੂ ਨੂੰ ਪਤਾ ਹੈ ਗੁਰਮੁਖ ਪਿਆਰਿਓ, ਉਦਣ ਆਪਣੇ ਆਪ ਹੀ ਗੁਰੂ ਨੇ ਹਰੇਕ ਅਰਜ਼ੋਈ ਅਰਦਾਸ ਪ੍ਰਵਾਨ ਕਰ ਲੈਣੀ ਜਿੱਦਣ ਮਨ ਸੌਂਪ ਦਿੱਤਾ। ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ। ਕਿਉਂ? ਜਨ ਨੇ ਮਨ ਅਰਪਣ ਕੀਤਾ। ਜਨ ਉਹੀ ਹੈ ਜਿਹੜਾ ਮਨ ਤੋਂ ਅੱਗੇ ਨਿਕਲ ਜਾਏ, ਉਹ ਜਨ ਹੁੰਦਾ, ਉਹ ਸੰਤ ਹੁੰਦਾ। ਜਿੱਥੇ ਸੰਸਾਰ ਦਾ ਅੰਤ ਹੁੰਦਾ, ਸੰਤ ਉੱਥੋਂ ਸ਼ੁਰੂ ਹੁੰਦਾ। ਜਨ ਦੀ ਅਵਸਥਾ ਉੱਥੋਂ ਸ਼ੁਰੂ ਹੋਈ ਜਿੱਥੋਂ ਮਨ ਖਤਮ ਹੋਇਆ। ਜਗਿਆਸੂ ਦੀ ਅਵਸਥਾ ਸ਼ੁਰੂ ਉੱਥੋਂ ਹੁੰਦੀ ਜਿੱਥੋਂ ਤਨ ਖਤਮ ਹੁੰਦਾ। ਤੋ ਗੁਰਦੇਵ ਨੇ ਕਿਰਪਾ ਕੀਤੀ, ਜਿਨ੍ਹਾਂ ਨੇ ਅਰਪਣ ਕੀਤਾ ਮਨ ਅਰਪਣ ਕੀਤਾ, ਪ੍ਰਤੀਤ ਬਣੀ। ਪ੍ਰਤੀਤ ਵਿੱਚੋਂ ਭਰੋਸੇ ਚੋਂ ਉਹਦੀ ਪ੍ਰੀਤ ਬਣ ਆਉਂਦੀ ਹੈ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਜੀਤ। ਜਿਨ੍ਹਾਂ ਨੂੰ ਗੁਰੂ ਮਾਲਕ ਦੀ ਪ੍ਰਤੀਤ ਬਣੀ ਹੈ ਉਹਨਾਂ ਨੂੰ ਰੱਬ ਵੀ ਚੇਤੇ ਆਇਆ। ਜਿੱਥੇ ਬਾਣੀ ਹੈ ਨਾ, ਆ ਗੁਰੂ ਦਾ ਚੇਤਾ ਆਉਂਦਾ, ਕਿਹਦਾ? ਜਪਜੀ ਸਾਹਿਬ ਦਾ ਚੇਤਾ ਆਏਗਾ, ਕਿਹਦਾ ਚੇਤਾ ਆਏਗਾ? ਰੱਬ ਦਾ ਚੇਤਾ ਆਏਗਾ ਨਾ। ਸੁਖਮਨੀ ਸਾਹਿਬ ਦਾ ਚੇਤਾ ਆਏਗਾ, ਕਿਹਦਾ ਚੇਤਾ ਆਏਗਾ? ਮਾਲਕ ਵਾਹਿਗੁਰੂ ਦਾ ਚੇਤਾ ਆਏਗਾ। ਗੁਰੂ ਦੇ ਚੇਤੇ 'ਚ ਰੱਬ ਦਾ ਚੇਤਾ ਸਮਾਇਆ ਹੋਇਆ ਹੈ। ਘਰ ਨਾਨਕ ਦਾ ਹੈ ਪਰ ਨਾਮ ਇੱਥੇ ਰੱਬ ਦਾ ਚੱਲਦਾ ਹੈ। ਸਾਡੇ ਘਰ 'ਚ ਗੁਆਂਢੀਆਂ ਦਾ ਨਾਮ ਨਹੀਂ ਕਦੇ ਚੱਲੇਗਾ।
ਸਾਡੇ ਘਰ 'ਚ ਨੰਬਰ ਪਲੇਟ ਵੀ ਸਾਡੇ, ਸਾਡੇ ਘਰ 'ਚ ਤਸਵੀਰਾਂ ਵੀ ਸਾਡੀਆਂ, ਸਾਡੇ ਘਰ 'ਚ ਮਰਜ਼ੀ ਵੀ ਸਾਡੀ। ਪਰ ਗੁਰਮੁਖ ਪਿਆਰਿਓ, ਘਰ ਇਹ ਨਾਨਕ ਦਾ, ਇੱਥੇ ਵਡਿਆਈ ਨਾਮ ਦੀ ਚੱਲਦੀ ਹੈ। ਨਾਨਕ ਕਹਿ ਘਰ ਕੇਵਲ ਨਾਮ। ਘਰ ਨਾਨਕ ਦਾ, ਇੱਥੇ ਮਰਿਆਦਾ ਰੱਬ ਦੀ ਹੈ, ਹੁਕਮ ਉਹਦਾ ਹੈ, ਪ੍ਰਭਤਾ ਉਹਦੀ, ਗੁਣ ਉਹਦੇ, ਬਾਣੀ ਉਹਦੀ, ਜਿੰਨਾ ਕੁਝ ਵੀ ਹੈ ਮਾਲਕ ਵਾਹਿਗੁਰੂ ਅਕਾਲ ਪੁਰਖ ਦਾ ਵਰਤ ਜਾਂਦਾ ਹੈ। ਤੋ ਸਤਿਗੁਰ ਕਹਿੰਦੇ ਕਦੇ ਨਹੀਂ ਹੋਏਗਾ ਜਿੱਥੇ ਗੁਰੂ ਹੋਏ ਰੱਬ ਨਾ ਹੋਏ, ਕਦੇ ਨਹੀਂ ਹੋਏਗਾ। ਕਦੇ ਨਹੀਂ ਹੋਏਗਾ ਵੀ ਸਿੱਖ ਦੇ ਕੋਲ ਬਾਣੀ ਹੋਏ ਕੱਲੀ ਗੁਰੂ ਨਾ ਹੋਏ। ਤੋ ਜਦੋਂ ਵੀ ਆਪਾਂ ਬਾਣੀ ਦਾ ਅਭਿਆਸ ਕਰਦੇ, ਚਾਹੇ ਸੰਗਤ 'ਚ ਹੋਈਏ, ਚਾਹੇ ਘਰ 'ਚ ਤੁਸੀਂ ਅਭਿਆਸ ਕਰਦੇ ਹੋ, 3 ਜਾਣੇ ਇਕੱਠੇ ਬੈਠਦੇ ਨੇ। 3 ਜਾਣੇ, ਇੱਕ ਸਿੱਖ ਬੈਠਦਾ ਹੈ, ਲਾਗੇ ਗੁਰੂ ਬੈਠਦਾ। ਹੁਣ ਤੁਸੀਂ ਸਵੇਰੇ ਪਾਠ ਕੀਤਾ ਤੇ ਤੁਹਾਡੇ ਨਾਲ ਕੌਣ ਬੈਠਾ ਸੀ? ਤਾਂ ਹੀ ਤੁਸੀਂ ਗੱਲ ਕੀਤੀ ਹੈ ਨਾ, ਗੁਰਾ ਇੱਕ ਦੇ ਬੁਝਾਈ, ਕਿਹਨੂੰ ਆਵਾਜ਼ ਮਾਰੀ? ਗੁਰੂ ਨੂੰ। ਬੈਠਾ ਸੀ ਨਾ ਲਾਗੇ। ਜਦੋਂ ਪਾਠ ਕੀਤਾ ਲਾਗੇ ਮਾਲਕ ਰੱਬ ਵਾਹਿਗੁਰੂ ਵੀ ਬੈਠਾ ਸੀ। ਤਾਂ ਹੀ ਕਿਹਾ ਨਾ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਕਿਹਨੂੰ ਕਿਹਾ? ਰੱਬ ਨੂੰ ਕਿਹਾ। 3 ਜਾਣੇ ਇਕੱਠੇ ਬਹਿਣਗੇ, ਇਕੱਲੇ ਬਹਿਣ ਦਾ ਕੋਈ ਫਾਇਦਾ ਨਹੀਂ। ਜੇ ਹਾਜ਼ਰ ਨਾਜ਼ਰਤਾ ਨਹੀਂ ਮਾਣੀ ਗੁਰੂ ਦੀ, ਰੱਬ ਦੀ, ਬੜਾ ਮੁਸ਼ਕਲ। ਜੋਗੀ ਇਕੱਲਾ ਬਹੁਤ ਕੁਝ ਕਰ ਸਕਦਾ, ਸਿੱਖ ਇਕੱਲਾ ਕੁਝ ਨਹੀਂ ਕਰ ਸਕਦਾ। ਆ ਗੁਰੂ ਕੇ ਸਿੱਖ ਹੋਏ ਨੇ, ਆ 2 ਪਹਾੜੀ ਰਾਜੇ ਸੀ, ਬਲੀਆ ਚੰਦ ਤੇ ਆਲਮ ਚੰਦ। ਗੁਰੂ ਘਰ ਨਾਲ ਈਰਖਾ ਕਰਦੇ ਸਨ ਤੇ ਬਲੀਆ ਚੰਦ, ਆਲਮ ਚੰਦ ਅੱਜ ਸ਼ਿਕਾਰ ਖੇਡ ਰਹੇ ਸਨ ਆਪਣੀ ਫੌਜ ਦੇ ਨਾਲ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਥੋੜ੍ਹੇ ਜਿਹੇ ਸਿੱਖ ਮਿਲ ਪਏ। ਬਲੀਆ ਚੰਦ, ਆਲਮ ਚੰਦ ਨੇ ਕਿਹਾ ਵੀ ਘੇਰੋ, ਪਕੜੋ, ਅੱਜ ਤਾਂ ਕੰਮ ਹੀ ਬੜਾ ਸੌਖਾ ਹੈ। ਜਦੋਂ ਬਲੀਆ ਚੰਦ, ਆਲਮ ਚੰਦ ਆਏ ਤੇ ਗੁਰੂ ਕੇ ਪਿਆਰੇ ਸਿੱਖ ਜੂਝੇ, ਉਹਨਾਂ ਦੇ ਪੈਰ ਉਖੜ ਗਏ। ਬਲੀਆ ਚੰਦ, ਆਲਮ ਚੰਦ ਭੱਜ ਤੁਰੇ, ਉਹਨਾਂ ਦੇ ਫੌਜੀ ਵੀ ਭੱਜ ਤੁਰੇ। ਗੁਰੂ ਕੇ ਸਿੱਖ ਉਹਨਾਂ ਦੇ ਪਿੱਛੇ ਭੱਜਣ ਲੱਗੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਸਿੱਖੋ ਮੁੜ ਆਓ, ਆਓ ਆਪਾਂ ਆਨੰਦਪੁਰ ਸਾਹਿਬ ਚੱਲੀਏ। ਤੋ ਸਿੱਖਾਂ ਨੇ ਸੁਣਿਆ ਨਹੀਂ, ਜ਼ਿਆਦਾ ਜੋਸ਼ ਆ ਗਿਆ। ਗੁਰਦੇਵ ਨੇ ਕਿਹਾ ਮੁੜੋ, ਭੱਜੇ ਜਾਂਦੇ ਦੇ ਪਿੱਛੇ ਨਹੀਂ ਭੱਜਣਾ। ਨਹੀਂ ਸੁਣਿਆ, ਘੋੜੇ ਭਜਾ ਲਏ ਉਹਨਾਂ ਦੇ ਪਿੱਛੇ। ਜਦੋਂ ਦੂਰ ਗਏ ਨਾ, ਬਲੀਆ ਚੰਦ, ਆਲਮ ਚੰਦ ਨੇ ਪਿੱਛੇ ਮੁੜ ਕੇ ਵੇਖਿਆ ਤੇ ਆਪਣੇ ਸਾਥੀਆਂ ਨੂੰ ਕਹਿਣ ਲੱਗਾ, ਰੁਕ ਜਾਓ, ਪਕੜੋ ਇਹਨਾਂ ਨੂੰ, ਕਿਉਂਕਿ ਇਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਤੇ ਹੈ ਹੀ ਨਹੀਂ। ਇੱਕਦਮ ਉਹ ਪਿੱਛੇ ਮੁੜੇ ਤੇ ਸਿੱਖਾਂ ਦੇ ਹੋਸ਼ ਉੱਡ ਗਏ, ਪੈਰ ਉਖੜ ਗਏ, ਜ਼ਖਮੀ ਹੋ ਗਏ। ਬੜੀ ਛੇਤੀ ਨਾਲ ਘੋੜੇ ਪਿੱਛੇ ਭਜਾਏ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆ ਗਏ। ਕਹਿਣ ਲੱਗੇ, ਸਤਿਗੁਰੂ ਅੱਜ ਸਾਨੂੰ ਪਤਾ ਲੱਗ ਗਿਆ, ਸਮਝ ਆ ਗਈ ਵੀ ਸਤਿਗੁਰੂ ਤੂੰ ਨਾਲ ਹੋਏ, ਤੇਰਾ ਇੱਕ ਸਿੱਖ ਵੀ ਲੱਖਾਂ ਵਰਗਾ ਹੈ। ਤੇ ਸਤਿਗੁਰ ਜਦੋਂ ਤੂੰ ਨਾਲ ਨਾ ਹੋਏ ਤੇ ਲੱਖਾਂ ਵੀ ਅਸੀਂ ਕੱਖਾਂ ਵਰਗੇ ਹੋ ਜਾਂਦੇ। ਸਿੱਖ ਕੱਖ ਵਰਗਾ ਹੈ ਜੇ ਗੁਰੂ ਨਾਲ ਨਹੀਂ ਹੈ। ਜੇ ਗੁਰੂ ਨਾਲ ਹੈ ਸਿੱਖ, ਫਿਰ 1.25 ਲੱਖ ਦੇ ਨਾਲ ਜੂਝ ਜਾਂਦਾ। ਵੱਖਰਾ ਹੈ, ਅਨੋਖਾ ਹੈ। ਤੋ ਸਿੱਖ ਕੱਲਾ ਕੁਝ ਵੀ ਨਹੀਂ ਹੈ। ਜੋਗੀ ਕੱਲਾ ਬਹੁਤ ਕੁਝ ਕਰ ਸਕਦਾ ਹੈ, ਸੰਨਿਆਸੀ ਕੱਲਾ ਰਹਿ ਸਕਦਾ ਹੈ, ਸਿੱਖ ਕਦੇ ਵੀ ਇਕੱਲਾ ਨਹੀਂ ਰਹਿ ਸਕਦਾ, ਕਿਉਂਕਿ ਸਿੱਖ ਸ਼ਬਦ ਬਣਿਆ ਹੀ ਗੁਰੂ ਕਰਕੇ ਹੈ। ਜੇ ਸਿੱਖ ਵਿੱਚੋਂ ਗੁਰੂ ਕੱਢ ਦਈਏ ਫਿਰ ਉਹ ਲਾਸ਼ ਰਹਿ ਜਾਂਦੀ ਹੈ, ਕਿਉਂਕਿ ਸਿੱਖ ਸ਼ਬਦ ਜੁੜਿਆ ਹੀ ਸਿੱਖਿਆ ਨਾਲ ਹੈ, ਸਿੱਖਿਆ ਦੇ ਨਾਲ ਗੁਰੂ ਜੁੜਿਆ। ਤੋ ਸਿੱਖ ਉੱਥੇ ਗੁਰੂ ਹੈ, ਉੱਥੇ ਮਾਲਕ ਵਾਹਿਗੁਰੂ ਹੈ। ਤੋ ਗੁਰੂ ਕਾ ਪਿਆਰਾ ਸਿੱਖ ਪ੍ਰਤੀਤ ਹੈ। ਗੁਰੂ ਦੇ ਨਾਲ ਨਾਲ ਜਿੱਥੇ ਵੀ ਗੁਰੂ ਦਾ ਉਪਦੇਸ਼, ਉੱਥੇ ਰੱਬੀ ਯਾਦ ਜ਼ਰੂਰ ਵਰਤੇਗੀ। ਰੱਬ ਦਾ ਚੇਤਾ ਜ਼ਰੂਰ ਆਉਂਦਾ ਹੈ ਜਦੋਂ ਸਿੱਖ ਨੂੰ ਗੁਰੂ ਦਾ ਚੇਤਾ ਆ ਜਾਂਦਾ ਹੈ। ਤੋ ਗੁਰਦੇਵ ਆਖਦੇ ਨੇ, ਜਾ ਕੇ ਮਨ ਗੁਰ ਕੀ ਪ੍ਰਤੀਤ,
ਤਿਸ ਜਨ ਆਵੈ ਹਰ ਪ੍ਰਭ ਚੀਤ। ਗੁਰੂ ਦੀ ਪ੍ਰਤੀਤ ਆਈ ਰੱਬ ਦਾ ਚੇਤਾ ਬਣ ਆਉਂਦਾ। ਭਗਤ ਭਗਤ ਸੁਣੀਐ ਤਿਹ ਲੋਏ। ਤਿੰਨਾਂ ਲੋਕਾਂ 'ਚੋਂ ਭਗਤ ਭਗਤ ਕਰਕੇ ਸੁਣੇ ਗਏ। ਉਹ ਰੱਬ ਦੇ ਜਿਹੜੇ ਪਿਆਰੇ ਸਨ ਉਹ ਪ੍ਰਵਾਨ ਹੋ ਗਏ ਨਾ। ਗੁਰੂ ਦੀ ਪ੍ਰਤੀਤ ਆ ਗਈ। ਹੁਣ ਸਾਰੇ ਪੁੱਛਦੇ ਨੇ ਕਿੱਥੇ ਨੇ ਗੁਰੂ ਅੰਗਦ ਦੇਵ, ਕਿੱਥੇ ਨੇ ਧੰਨ ਗੁਰੂ ਅੰਗਦ ਦੇਵ ਜੀ। ਸਾਰੇ ਲੱਭਦੇ ਨੇ ਸਤਿਗੁਰੂ ਨੂੰ। ਵਡਿਆਈ ਪ੍ਰਗਟ ਹੋ ਗਈ ਨਾ। ਤਿਹ ਲੋਏ, ਤਿੰਨਾਂ ਲੋਕਾਂ 'ਚ ਸਤਿਗੁਰ ਕਹਿੰਦੇ ਉਹ ਪ੍ਰਗਟ ਹੋ ਜਾਂਦਾ ਹੈ, ਉਹ ਸੁਣਿਆ ਜਾਂਦਾ ਹੈ। ਜਾ ਕੈ ਹਿਰਦੈ ਏਕੋ ਹੋਏ। ਜਿਹਦੇ ਹਿਰਦੇ 'ਚ ਇੱਕੋ ਵਰਤ ਰਿਹਾ ਹੋਏ, ਗੁਰਦੇਵ ਕਹਿੰਦੇ ਇੱਕ ਦੀ ਪ੍ਰਤੀਤ ਹੋਏ, ਇੱਕ ਦਾ ਚੇਤਾ ਹੋਏ, ਇੱਕ ਦੇ ਗੁਣ ਹੋਣ ਜੀਵਨ ਦੇ ਅੰਦਰ, ਉਹ ਜੀਵਨ 'ਚ ਬੜਾ ਬਲ, ਬੜੀ ਅਡੋਲਤਾ ਆਉਂਦੀ ਹੈ। ਅਤੇ ਜਿੰਨੀ ਸਾਡੀ ਬਿਰਤੀ ਖਿੰਡੀ ਰਹਿੰਦੀ ਹੈ, ਮਨ ਓਨਾ ਹੀ ਕਮਜ਼ੋਰ ਰਹੇਗਾ, ਓਨਾ ਕਮਜ਼ੋਰ। ਸਾਡੀਆਂ ਮਨ ਦੀਆਂ ਕਮਜ਼ੋਰੀਆਂ ਤਾਂ ਹੀ ਹੈ ਕਿਉਂਕਿ ਬਿਰਤੀ ਖਿੰਡ ਗਈ, ਇਕਾਗਰਤਾ ਨਹੀਂ ਹੈ, ਅਤੇ ਉੱਥੇ ਅਡੋਲਤਾ ਵੀ ਨਹੀਂ ਰਹਿ ਜਾਣੀ। ਤੋ ਜਿਨ੍ਹਾਂ ਦੇ ਚਿੱਤ ਵਿੱਚ ਇੱਕ ਵਰਤਿਆ ਹੈ, ਬੜੀ ਅਡੋਲਤਾ, ਬੜਾ ਆਤਮਿਕ ਬਲ। ਸਾਹਿਬ ਕਹਿੰਦੇ ਸੱਚ ਕਰਨੀ ਸੱਚ ਤਾ ਕੀ ਰਹਿਤ। ਉਹਦੀ ਕਰਨੀ ਸੱਚ ਹੈ, ਉਹਦੀ ਰਹਿਤ, ਰਹਿਤ ਅਰਥ ਹੈ ਰਹਿਣੀ, ਉਹ ਵੀ ਬੜੀ ਸੱਚੀ। ਉਹਦੇ ਬੋਲ, ਉਹਦਾ ਕਰਮ, ਉਹਦੀ ਸੋਚ, ਹਰੇਕ ਜੀਵਨ ਦਾ ਪੱਖ ਧਰਮ ਦੇ ਵਿੱਚ ਸ਼ਿੰਗਾਰਿਆ ਜਾਂਦਾ ਹੈ। ਹਰੇਕ ਕਰਮ ਜਦੋਂ ਉਹਨਾਂ ਨੂੰ ਗੁਰੂ ਦੀ ਪ੍ਰਤੀਤ ਦਾ ਸਦਕਾ ਇੱਕ ਤਰਤੀਬ ਮਿਲ ਜਾਂਦੀ ਹੈ, ਕਰਮਾਂ ਨੂੰ ਗੁਰੂ ਦੀ ਸਿੱਖਿਆ ਦੀ ਤਰਤੀਬ ਦੇ ਦਿੱਤੀ, ਫਿਰ ਹਰੇਕ ਕਰਮ 'ਚੋਂ ਧਰਮ ਪ੍ਰਗਟ ਹੋ ਜਾਂਦਾ ਹੈ। ਅਤੇ ਧਰਮ ਦਾ ਅਰਥ ਹੀ ਹੁੰਦਾ ਹੈ ਕਰਮਾਂ ਨੂੰ ਮਰਿਆਦਾ ਦੇ ਦੇਣਾ। ਅਧਰਮ ਦਾ ਅਰਥ ਹੈ ਬੇਮਰਿਆਦਾ। ਜਿੱਥੇ ਕੋਈ ਮਰਿਆਦਾ ਨਹੀਂ ਰਹਿ ਗਈ ਬੋਲਣ ਦੀ, ਵੇਖਣ ਦੀ, ਤਾਂ ਹੀ ਤੇ ਸਾਹਿਬ ਨੇ ਕਿਹਾ ਮਨ ਰੇ ਕੌਣ ਕੁਮਤ ਤੈ ਲੀਨੀ। ਕਿੱਥੇ ਗਈ ਤੇਰੀ ਮਰਿਆਦਾ? ਇਤਨੀ ਭੈੜੀ ਮੱਤ ਹੈ ਤੇਰੇ ਅੰਦਰ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਸੋ ਜਿੱਥੇ ਕਰਮਾਂ ਦੀ ਤਰਤੀਬ ਹੋਏ ਉੱਥੇ ਧਰਮ ਵਾਪਰਦਾ ਹੈ, ਅਤੇ ਜਿੱਥੇ ਕਰਮ ਹੋਣ ਪਰ ਕੋਈ ਮਰਿਆਦਾ ਨਾ ਹੋਏ ਉਹ ਅਧਰਮ ਹੈ, ਉਹ ਬੇਤਰਤੀਬੀ ਹੀ ਅਧਰਮ ਬਣ ਜਾਂਦੀ ਹੈ। ਤੋ ਰੱਬ ਦਾ ਪਿਆਰਾ ਹੈ। ਸਾਹਿਬ ਕਹਿੰਦੇ ਸੱਚ ਕਰਨੀ ਸੱਚ ਤਾ ਕੀ ਰਹਿਤ। ਸੱਚ ਹਿਰਦੈ ਸਤ ਮੁਖ ਕਹਿਤ। ਪਹਿਲੋਂ ਹਿਰਦੇ 'ਚ ਸੱਚ ਆਇਆ, ਫਿਰ ਮੁਖ 'ਚ ਸੱਚ ਵਰਤਿਆ। ਜੇ ਹਿਰਦੇ 'ਚ ਸੱਚ ਨਹੀਂ, ਮੂੰਹ ਦਾ ਸੱਚ ਵੀ ਕਈ ਵਾਰ ਬੰਦੇ ਦਾ ਝੂਠ ਹੀ ਬਣ ਜਾਂਦਾ। ਬੰਦੇ ਕੋਲ ਮੂੰਹ ਦਾ ਸੱਚ ਹੁੰਦਾ ਕਈ ਵਾਰ, ਪਰ ਜੀਵਨ ਦਾ ਅਨੁਭਵ ਨਾ ਹੋਏ, ਉਹ ਸੱਚ ਸੱਚ ਥੋੜ੍ਹਾ ਹੈ, ਫਿਰ ਉਹ ਕੂੜ ਪ੍ਰਤੀਤ ਹੁੰਦਾ। ਤੋ ਸਾਹਿਬ ਕਹਿੰਦੇ ਜਿਹਦੇ ਸੱਚ ਹਿਰਦੈ ਸੱਚ ਮਾਲਕ ਵਾਹਿਗੁਰੂ। ਸਤ ਮੁਖ ਕਹਿਤ। ਮੁਖ ਤੋਂ ਵੀ ਸੱਚ ਦੀ ਮਹਿਮਾ ਉਹ ਆਖਦਾ ਹੈ, ਪ੍ਰਗਟ ਹੁੰਦੀ ਹੈ। ਸਾਚੀ ਦ੍ਰਿਸ਼ਟ ਸਾਚਾ ਆਕਾਰ ਹੈ। ਤੇ ਗੁਰਦੇਵ ਕਹਿੰਦੇ ਸਭ ਕੁਝ ਚਲਾਏ ਮਾਣ, ਪਰ ਜਿਹਦੀ ਦ੍ਰਿਸ਼ਟੀ 'ਚ ਸੱਚ ਆ ਗਿਆ, ਫਿਰ ਸਾਰਾ ਜਿੰਨਾ ਪਸਾਰਾ ਆਕਾਰ ਹੈ ਇਹ ਵੀ ਸੱਚ ਨਾਲ ਜੁੜਿਆ ਪ੍ਰਤੀਤ ਹੁੰਦਾ। ਹਰੇਕ ਕੁਝ ਰੱਬ ਦੇ ਪਿਆਰੇ ਨੂੰ ਗਾਉਂਦਾ ਹੋਇਆ, ਉਹਦੀ ਮਹਿਮਾ 'ਚ ਜੁੜਿਆ ਹੋਇਆ ਪ੍ਰਤੀਤ ਹੋਇਆ, ਕਿਉਂਕਿ ਆਪ ਜੁੜੇ ਸਨ। ਕਿਉਂਕਿ ਜਿੱਦਾਂ ਬੰਦੇ ਦੀ ਦ੍ਰਿਸ਼ਟੀ ਹੁੰਦੀ ਹੈ, ਅਨੁਭਵ ਹੁੰਦਾ, ਸ੍ਰਿਸ਼ਟੀ ਉਸੇ ਤਰ੍ਹਾਂ ਦੀ ਦਿਸਦੀ ਹੈ। ਜਿਹੜਾ ਰੱਬ ਦਾ ਪਿਆਰਾ ਆਪ ਸੱਚ ਨਾਲ ਜੁੜਿਆ, ਫਿਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਗੁਰਦੇਵ ਕਹਿੰਦੇ ਉਹਨਾਂ ਨੂੰ ਹੋਰ ਦਿਖਾਈ ਨਹੀਂ ਦਿੱਤਾ, ਉਹੀ ਪ੍ਰਤੀਤ ਹੋਇਆ। ਸਾਰੇ ਆਕਾਰ ਦੇ ਵਿੱਚ ਸੱਚ ਦੀ ਮੌਜੂਦਗੀ ਜਿਨ੍ਹਾਂ ਨੇ ਪਤਾ ਲੱਗ ਗਿਆ ਵੀ ਉਹਦੇ 'ਚੋਂ ਹੀ ਸਾਰਾ ਪਸਾਰਾ ਬਣਿਆ, ਵਜੂਦ ਬਣਿਆ। ਸੱਚ ਵਰਤੈ ਸਾਚਾ ਪਸਾਰਾ। ਜਿੰਨਾ ਪਸਾਰ ਹੈ ਸੱਚ ਮਾਲਕ ਵਾਹਿਗੁਰੂ ਦਾ ਵਰਤ ਰਿਹਾ। ਇਹ ਜਿੰਨਾ ਪਸਾਰ ਹੈ ਉਹਦੇ ਹੁਕਮ 'ਚੋਂ ਵਰਤੇ।
ਮੈਂ ਇਹਦੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦਾ। ਰੱਬ ਦਾ ਪਿਆਰਾ ਸੰਭਾਲਦਾ ਜ਼ਰੂਰ ਹੈ ਹਰੇਕ ਚੀਜ਼ ਨੂੰ। ਆ ਸਤਿਗੁਰਾਂ ਨੇ ਸਾਨੂੰ ਮੱਤ ਬਖਸ਼ੀ ਹੈ। ਰੱਬ ਦੀ ਇਹ ਕੁਦਰਤ ਹੈ। ਵੇਖੋ, ਜਦੋਂ ਧਾਰਮਿਕ ਗ੍ਰੰਥ ਨਹੀਂ ਸੀ, ਨਾ ਗੀਤਾ ਸੀ, ਨਾ ਬਾਈਬਲ, ਕੋਈ ਵੀ ਮੰਨ ਲਓ ਬੰਦਾ ਸੀ, ਪਰ ਬੰਦਾ ਕਿਹਨੂੰ ਪੜ੍ਹਦਾ ਸੀ? ਰੱਬ ਦੀ ਕੁਦਰਤ ਨੂੰ। ਆ ਗੁਰਦੇਵ ਨੇ ਗਵਾਹੀ ਭਰੀ ਹੈ। ਸਾਹਿਬ ਕਹਿੰਦੇ, ਜਦੋਂ ਕੁਝ ਨਹੀਂ ਸੀ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਰੱਬ ਦੇ ਪਿਆਰਿਆਂ ਨੂੰ ਸੱਚ ਦੀ ਸ਼ਨਾਖਤ ਕਿੱਥੋਂ ਹੋਈ? ਆ ਕੁਦਰਤ ਵਿੱਚੋਂ। ਇਹ ਪਰਮਾਤਮਾ ਦਾ ਆਈ ਕਾਰਡ ਹੈ। ਜਦੋਂ ਰੱਬ ਦੇ ਪਿਆਰਿਆਂ ਨੇ ਕੁਦਰਤ ਦੇ ਵਿੱਚੋਂ ਕਾਦਰ ਦੀ ਸ਼ਨਾਖਤ ਕੀਤੀ ਹੈ, ਉਹ ਫਿਰ ਕੁਦਰਤ ਦੀ ਸੰਭਾਲ ਜ਼ਰੂਰ ਕਰਦਾ, ਜ਼ਰੂਰ ਕਰੇਗਾ। ਉਹ ਪੂਜਾ ਨਹੀਂ ਕਰਦਾ। ਸਾਨੂੰ ਸਤਿਗੁਰਾਂ ਨੇ ਪੂਜਾ ਕਾਲ ਦੀ ਬਖਸ਼ੀ ਹੈ। ਧਰਤੀ ਦੀ ਪੂਜਾ ਸਿੱਖ ਨਹੀਂ ਕਰਦਾ, ਪਾਣੀ ਦੀ ਪੂਜਾ ਨਹੀਂ ਕਰਦਾ, ਹਵਾ ਦੀ ਪੂਜਾ ਨਹੀਂ ਕਰਦਾ, ਰੁੱਖਾਂ ਦੀ ਪੂਜਾ ਸਿੱਖ ਨਹੀਂ ਕਰਦਾ, ਪਰ ਰੁੱਖਾਂ ਦੀ ਸੰਭਾਲ ਜ਼ਰੂਰ ਕਰਦਾ। ਇਹ ਸਤਿਗੁਰਾਂ ਨੇ ਸਾਨੂੰ ਬਹੁਤ ਬਖਸ਼ਿਆ। ਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਾਲਵੇ ਨੂੰ ਗਏ, ਤਮਤਾਨ, ਆ ਸਾਰਾ ਮਾਲਵੇ ਦਾ ਇਲਾਕਾ, ਇਹ ਬੇਆਬਾਦ ਇਲਾਕਾ ਸੀ, ਜ਼ਿਆਦਾ ਰੇਤਲਾ ਇਲਾਕਾ ਸੀ। ਇਹਨੂੰ ਆਬਾਦ ਸਤਿਗੁਰਾਂ ਨੇ ਕਰਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਢਾਬਾਂ ਬਣਾਈਆਂ, ਬਾਗ ਲਵਾਏ, ਖੂਹ ਲਵਾਏ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ। ਇਹ ਬੜੀ ਵੱਡੀ ਦੇਣ ਹੈ ਸਤਿਗੁਰੂ ਪਾਤਸ਼ਾਹ ਗੁਰੂ ਗਰੀਬ ਨਿਵਾਜ ਦੀ। ਸਾਹਿਬ ਕਹਿੰਦੇ, ਸੰਭਾਲੋ ਰੱਬ ਦੇ ਸੋਮੇ ਨੇ ਜਿਹੜੇ ਵੀ, ਪਾਣੀ, ਹਵਾ, ਰੁੱਖ, ਪਰ ਪੂਜਾ ਕਾਲ ਦੀ ਕਰਿਓ। ਤੇ ਜਿਹੜਾ ਰੱਬ ਨਾਲ ਜੁੜਦਾ ਉਹ ਕਦਰ ਸਭ ਦੀ ਕਰਦਾ ਹੈ। ਉਹ ਮਾਂ, ਪਿਓ, ਪਰਿਵਾਰ, ਹਰੇਕ ਦੀ ਕਦਰ, ਹਰੇਕ ਨੂੰ ਤਵੱਜੋ ਰੱਬ ਦਾ ਭਗਤ ਦਿੰਦਾ ਹੈ। ਬਸ ਆਪਣੇ ਆਪ ਨੂੰ ਨਹੀਂ ਦਿੰਦਾ ਵੀ ਮੈਂ ਕੁਝ ਹਾਂ। ਆਪਣੇ ਆਪ ਨੂੰ ਗਰੀਬੀ 'ਚ ਰੱਖਦਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਾਰੇ ਮੇਰੇ ਤੋਂ ਸ੍ਰੇਸ਼ਟ ਨੇ, ਸਾਰਿਆਂ ਦੀ ਹੋਂਦ ਬੜੀ ਮਹਾਨ ਹੈ। ਤੋ ਸਤਿਗੁਰਾਂ ਨੇ ਸਾਨੂੰ ਪਰਿਆਵਰਨ ਦੀ ਸੰਭਾਲ ਸਿਖਾਈ ਹੈ। ਆ ਧੰਨ ਗੁਰੂ ਹਰ ਰਾਏ ਸਾਹਿਬ ਦਵਾਖਾਨਾ ਬਣਾਇਆ, ਬਾਗ ਬਣਾਏ ਕੀਰਤਪੁਰ ਸਾਹਿਬ। ਤੋ ਖੈਰ ਆ ਫੁੱਲ ਵੀ ਟੁੱਟ ਗਿਆ, ਸਤਿਗੁਰ ਨੇ ਬਰਦਾਸ਼ਤ ਨਹੀਂ ਕੀਤਾ ਵੀ ਰੱਬ ਦੀ ਬਣਾਈ ਕਾਇਨਾਤ ਹੈ। ਰੱਬ ਨੇ ਕਿੰਨਾ ਸੋਹਣਾ ਫੁੱਲ ਖਿੜਾਇਆ ਸੀ, ਟੁੱਟ ਗਿਆ। ਗੁਰੂ ਹਰ ਰਾਏ ਸਾਹਿਬ ਜੀ ਕੋਲੋਂ ਸਤਿਗੁਰ ਉੱਥੇ ਬੈਠ ਗਏ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਗੁਰੂ ਹਰ ਰਾਏ ਸਾਹਿਬ ਨੂੰ ਕੋਈ ਗੱਲ ਨਹੀਂ, ਅੱਗੇ ਤੋਂ ਜ਼ਰੂਰ ਖਿਆਲ ਰੱਖੀ ਵੀ ਰੱਬ ਦੀ ਕਾਇਨਾਤ ਨੂੰ ਚੋਟ ਨਾ ਪਹੁੰਚੇ। ਵੇਖੋ, ਫੁੱਲ ਟੁੱਟਾ ਸੀ, ਉਹ ਵੀ ਬਰਦਾਸ਼ਤ ਨਹੀਂ ਕੀਤਾ। ਤੇ ਸਾਨੂੰ ਸਮਝ ਆਉਂਦੀ ਨਹੀਂ, ਪਾਤੀ ਤੋਰੈ ਮਾਲ ਨਹੀਂ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ, ਸੋ ਪਾਹਣ ਨਿਰਜੀਓ, ਭੂਲੀ ਮਾਲਣੀ ਹੈ ਇਹ ਉਹ ਸਤਿਗੁਰ ਜਾਗਤਾ ਹੈ ਦਿਓ। ਉੱਥੇ ਗੁਰੂ ਨੇ ਬਰਦਾਸ਼ਤ ਨਹੀਂ ਕੀਤਾ ਵੀ ਫੁੱਲ ਟੁੱਟ ਗਏ। ਸਾਹਿਬ ਨੇ ਕਿਹਾ ਸੀ ਰਾਮ, ਧੰਨ ਗੁਰੂ ਹਰ ਰਾਏ ਸਾਹਿਬ ਜੀ ਨੂੰ, ਵੀ ਅੱਗੇ ਤੋਂ ਖਿਆਲ ਰੱਖਿਓ, ਕਿਸੇ ਨੂੰ ਚੋਟ ਨਾ ਪਹੁੰਚੇ ਸਾਡੇ ਕਰਕੇ। ਤੇ ਅਸੀਂ ਤੇ ਚਾਹੁੰਦੇ ਹਾਂ ਵੀ ਕੋਈ ਰਹਿਣ ਹੀ ਨਹੀਂ ਦੇਣਾ, ਜਿਹੜੀ ਚੀਜ਼ ਆਉਂਦੀ ਖਾਈ ਜਾਓ ਬਸ, ਵੀ ਸ਼ਾਇਦ ਬੰਦਾ ਹੀ ਬਣਿਆ। ਗੁਰਦੇਵ ਕਹਿੰਦੇ, ਜੀ ਦਇਆ ਪ੍ਰਵਾਨ ਤੇਰੇ ਜੀਵਨ 'ਚ ਨਹੀਂ ਹੋਈ, ਕਿੱਥੋਂ ਦੀ ਬਖਸ਼ਿਸ਼ ਪ੍ਰਾਪਤ ਕਰੇਗਾ ਜੇ ਤੇਰੇ ਜੀਵਨ 'ਚ ਉਹ ਦਇਆ ਨਹੀਂ ਆਈ, ਸਤ ਸੰਤੋਖ ਨਹੀਂ ਆਇਆ। ਜੋ ਸਭ ਮੈਂ ਏਕ ਖੁਦਾਏ ਕਹਿਤ ਹੈ, ਤੋ ਕਿਉਂ ਮੁਰਗੀ ਮਾਰੇ। ਤੂੰ ਜਾਣਿਆ ਹੀ ਨਹੀਂ ਉਸ ਮਾਲਕ ਵਾਹਿਗੁਰੂ ਨੂੰ। ਤੋ ਫਿਰ ਰੱਬ ਦਾ ਪਿਆਰਾ ਹਰੇਕ ਚੀਜ਼ ਨੂੰ ਤਵੱਜੋ ਦਿੰਦਾ ਹੈ, ਸਭ ਨੂੰ। ਬੜੇ ਮਹਾਨ ਨੇ, ਸਭ ਦੀ ਹੋਂਦ ਬੜੀ ਵੱਡੀ ਹੈ ਮਾਲਕ ਵਾਹਿਗੁਰੂ। ਤੋ ਸਾਹਿਬ ਕਹਿੰਦੇ, ਸੱਚ ਵਰਤੈ ਸਾਚਾ ਪਾਸਾਰ। ਉਹਨੂੰ ਪ੍ਰਤੀਤ ਹੁੰਦਾ ਹੈ ਸਾਰਾ ਪਸਾਰਾ ਵਾਹਿਗੁਰੂ ਕਾਲ ਪੁਰਖ ਤੇਰੇ ਤੋਂ ਵਰਤ ਰਿਹਾ। ਸੱਚ ਹੈ ਤੇਰੀ ਹੋਂਦ ਕਰਕੇ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ। ਜਾਣਿਆ ਜ਼ਰੂਰ ਅਸੀਂ ਬਸ ਦੂਜੇ ਦੀਆਂ ਗੱਲਾਂ ਦੇ ਵਿੱਚ, ਤੇ ਇੱਦਾਂ ਨਹੀਂ ਧਰਮ ਜਾਣਿਆ ਜਾਂਦਾ।
कोई सज्जन मैनू कह रहा सी, भाई साहब जी मैं PhD करनी है वैराग ते, हुंदियां ने PhDयां। मैं क्या भी ये PhD का विषय है ही नहीं, यह तो अनुभव का विषय है। ठीक है, कर लो वैराग ते PhD कर लो, रब ते कईयां ने ओंकार ते PhD की है, हो सकती है। प्रमाण लभ ले, दलीलां लभ लियां, अपने लेख लिख ली, किताब लिख ली, PhD हो गई, कर ले कोई। पर ये तो उदों ही पता लगना है ना जदों अनुभव दे विच आएगा। वैराग जिन्हें माणिया नहीं वो किवें बयान कर सकता है उन्होंने। तो मैनू कहण देना, कोई इस्त्री परसूत की पीड़ा चों निकलती है फिर माँ बनने का सुख माणदी है। वैराग की बिरहा की पीड़ा चों जिहड़ा निकलता है वो मिलाप का सुख माणदा है। तो जिन्हें सुनिया सुनाइया गल्लां सिख लईआं, वो साडे वर्गे पंडितां ने सूत्र दिते हुए ने, लोकां ने याद कर ले, बस असीं नूं ही धर्म समझ लिया। मेरे गुरुदेव जी बख्शिश कहंदे नहीं, जिन्हें उन्होंने सच करके जाने अनुभव रूप अंदर, सुनिया सुनाया नहीं, वेख्या विखाया नहीं, जिन्हां ने गुरुदेव जी बख्शिश करते ने, पार ब्रह्म जिन सच कर जाता, जाता जान लैना, अनुभव दे विच लै आउणा, उन्होंने ही पता लगेगा। जिन्हें गुड़ खाधा वही जानदा मिठा है, जिन्हें भोजन खा लिया उहदा पेट भर गया, ते जिहड़े उहदी समग्री पढ़ते रहे भी इहदे च आ चीज़ है, आ चीज़ है, पेट नहीं भर गया। जिन्हें ऑक्सीजन हाइड्रोजन का फार्मूला पढ़ लिया, प्यास नहीं बुझी, जिन्हें गिलास पानी का पी लिया, प्यास उहदी बुझ गई। तो सह बख्शिश करते ने, पार ब्रह्म जिन सच कर जाता, नानक सो जन सच समाधा। गुरुदेव कहन लगे वो वाहिगुरु का प्यारा जन है, सच विच समा जाता है, उसका जीवन ही सच हो जाता। कोई भी ਉਹਦੇ जीवन का कर्म सच तो, ਉਹਦੇ हुक्म तो, ਉਹਦੀ ਵਡਿਆਈ तो बाहर नहीं ਹੁੰਦਾ। ਉਹਦਾ हरेक कर्म, ਉਹਦਾ बोलना, ਵੇਖਣਾ, हसना, रोना, जो कुछ भी है, गुरुदेव कहते सच भी समा जाता है। तो गुरुदेव ने कृपा की, सर्ब कला भरपूर प्रभ बिरथा जाननहार, ਇਹਦੀ व्याख्या की सारी अष्टपदी च। वाहिगुरु सारियां कलावां दा समर्थ है, बिरथा जाननहार, हरेक दी पीड़ा लोड़ नूं जानदा है। जाकै सिमरन उधरीए, जेदी याद विचों जीवन दा पार उतारै, नानक तिस बलिहार, ओहदे तो सदा बलिहार वार।